गाने वालियां ने सिरा कीता पिया आ। गाने वालियां ने चंडीगढ़ दी कुड़ियां बदनाम कीतियां पईयां ने। वधिया घरां दी कुड़ियां बोलदियां नहीं हुंदियां, वधिया घरां दी कुड़ियां इदां नहीं करदियां हुंदियां। ये वधिया घर किहड़े हुंदे ने? मेरा पहरावा डिसाइड नहीं करूगा कि मेरा किरदार किहो जिहा आ। जी बिल्कुल। मेरी सोच डिसाइड करूगी कि मेरा किरदार किहो जिहा आ। जी। ਵੱਡੀ ਉਮਰ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਖੁਦ ਹੀ ਇੱਕ ਦੂਜੀ ਦੀਆਂ ਦੁਸ਼ਮਣ ਬਣੀਆਂ ਰਹਿੰਦੀਆਂ ਨੇ। ਵਕਾਲਤ ਦੇ ਵਿੱਚ ਕੁੜੀ ਨੂੰ ਵਕਾਲਤ ਕਰਾਉਣਗੇ, ਜਿਹੜੀ ਕੁੜੀ ਨੇ ਵਕਾਲਤ ਕਰ ਲਈ ਉਹ ਘਰ ਨਹੀਂ ਚਲਾ ਸਕਦੀ। ਮੁੰਡਾ ਵਿਆਹ ਨਾ ਕਰਾਵੇ ਸਰ ਸਕਦਾ ਆ ਜੀ, ਕੁੜੀ ਵਿਆਹ ਨਹੀਂ ਕਰਾਊਗੀ, ਇਹਦੇ ਤਾਂ ਪੱਕੇ ਕਿਸੇ ਨਾ ਕਿਸੇ ਨਾਲ ਰਿਲੇਸ਼ਨ ਹੋਣਾ। ਮੁੰਡੇ ਜੀਨ ਪਾ ਸਕਦੇ ਨੇ, ਠੀਕ ਆ, ਕੁੜੀ ਦੇ ਸਿਰਫ ਸੂਟ ਪਾਇਆ ਹੋਣਾ ਚਾਹੀਦਾ। ਸੂਟ ਪਾਇਆ ਚਲੋ ਸਿਰ ਢੱਕ ਲਓ। देखो प्रो फेमिनिस्ट होना भी गलत है, सिर्फ औरत 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 सोचना भी गलत है। औरतां कानून की दुरवरतों करदियां ने जी। औरतां नूं खुल मिलदी आ, ਉਹ ਉਸ ਖੁੱਲ ਦਾ ਨਜਾਇਜ਼ ਫਾਇਦਾ ਚੱਕਦੀਆਂ ਨੇ। मेरा अधिकार मेरा मान प्रोग्राम देख रहे तमाम दर्शकों का मैं दमनप्रीत कौर स्वागत करदी हां। दर्शकों, मेरा अधिकार मेरा मान प्रोग्राम विच असीं अक्सर ही वक्खो वक्खरे वर्गां दे अधिकारां दी गल करदे हां जो साडे कानून द्वारा दित्ते गए है। पर अज दे इस प्रोग्राम दे विच असीं औरतां दे अधिकारां बारे गल करांगे जिहड़े साडे समाज वल्लों उन्हां नूं दित्ते गए है ते किहड़े अधिकारां तो समाज ने उन्हां नूं वांझिया रखिया है। इस सब बाबत गलबात करन लई साडे नाल उचेचे तौर ते जुड़े है सिमरनजीत कौर गिल होरी। दर्शकों, तुहानूं दसदे हां कि सिमरनजीत कौर गिल होरी पिछले 15 सालां तो समाज सेवा दे नाल जुड़े होए है। ਉਹ ਉੱਗੇ ਸਮਾਜ ਸੇਵਿਕਾ ਨੇ। ਆਓ ਗੱਲ ਕਰਦੇ ਹਾਂ ਸਿਮਰਨਜੀਤ ਕੌਰ ਹੋਰਾਂ ਦੇ ਨਾਲ। ਸਿਮਰਨਜੀਤ ਕੌਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਸਿਮਰਨਜੀਤ ਕੌਰ ਜੀ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਸਾਡੇ ਸਮਾਜ ਨੇ ਔਰਤਾਂ ਨੂੰ ਕਿਹੜੇ ਅਧਿਕਾਰ ਦਿੱਤੇ ਆ ਤੇ ਕਿਹੜੇ ਅਧਿਕਾਰਾਂ ਤੋਂ ਉਹਨਾਂ ਨੂੰ ਵਾਂਝਿਆ ਰੱਖਿਆ ਗਿਆ ਹੈ? ਜਿਹੜੀ ਸਾਡੇ ਸਮਾਜ ਦੀ ਕਹਿ ਦੋ ਕਿ ਆਪਾਂ ਕਹਿ ਦੋ ਕਿ ਵੰਡ ਆ ਨਾ, 3 ਵਰਗਾਂ ਦੇ ਵਿੱਚ ਕੀਤੀ ਜਾਂਦੀ ਆ। ਔਰਤ, ਮਰਦ ਤੇ ਇੱਕ ਹਿਜੜਾ ਭਾਈਚਾਰਾ, ਟਰਾਂਸਜੈਂਡਰ ਜਿਹੜੇ ਹੁੰਦੇ ਨੇ ਜੀ, ਠੀਕ ਆ। ਇਹਨਾਂ ਦੇ ਵਿੱਚੋਂ ਆਪਣੀ ਜਿਹੜੀ ਸੁਸਾਇਟੀ ਆ ਪੂਰੇ ਵਰਲਡ ਦੀ ਲਾ ਲਓ ਹਨਾ, ਕੁਝ ਕੁ ਹਿੱਸਿਆਂ ਨੂੰ ਛੱਡ ਕੇ ਇਹ ਮਰਦ ਪ੍ਰਧਾਨ ਸਮਾਜ ਰਿਹਾ ਆ ਸ਼ੁਰੂ ਤੋਂ ਹੀ ਜੀ, ਕਈ ਸਦੀਆਂ ਤੋਂ। ਤੇ ਤੀਜੇ ਦਾ ਤਾਂ ਵਿੱਚ ਹਿੱਸਾ ਹੀ ਕੋਈ ਨਹੀਂਗਾ ਵਿਚਾਰੇ ਦਾ ਜੀ, ਠੀਕ। ਔਰਤਾਂ ਨੇ ਇਹਨਾਂ ਨੂੰ ਵੀ ਹਮੇਸ਼ਾ ਮਤਲਬ ਨਕਾਰਿਆ ਜਾਂਦਾ ਆ। ਇਹਨਾਂ ਨੂੰ ਮਤਲਬ ਜਿਹੜੇ ਕਾਨੂੰਨ ਆ ਬਹੁਤ ਸਾਰੇ ਅਧਿਕਾਰ ਦਿੰਦਾ ਆ, ਪਰ ਉਹਨਾਂ ਨੂੰ ਸਮਾਜ ਦੇ ਵਿੱਚ ਅਸਲ ਦੇ ਵਿੱਚ ਉਹ ਅਧਿਕਾਰ ਨਹੀਂ ਮਿਲਦੇ ਹੈਗੇ। ਜੀ, ਜੇ ਆਪਾਂ ਅਸਲ ਜਿਹੜਾ ਕੌੜਾ ਸੱਚ ਹੈਗਾ ਆ ਉਹਨੂੰ ਬਿਆਨ ਕਰੀਏ ਕਿ ਜੇ ਵਾਕਈ ਔਰਤ ਨੂੰ ਜੋ ਕਾਨੂੰਨਨ ਜਾਂ ਕਹਿ ਲਓ ਜਾਂ ਕਨਸਟੀਟਿਊਸ਼ਨਲ ਜਿਹੜੇ ਰਾਈਟਸ ਮਿਲੇ ਹੋਏ ਨੇ ਉਹਨਾਂ ਦੇ ਬੇਸਿਸ ਤੇ ਇਕੁਐਲਿਟੀ ਹੈਗੀ ਆ, ਠੀਕ ਹੈ, ਉਹ ਇਕੁਐਲਿਟੀ ਕਦੇ ਵੀ ਰੀਅਲ ਸੈਂਸ 'ਚ ਨਹੀਂ ਮਿਲੀ ਹੈਗੀ। ਕਿਸੇ ਵੀ ਜਗ੍ਹਾ ਤੇ ਦੇਖ ਲਓ। ਇਸ ਚੀਜ਼ ਨੂੰ ਆਪਾਂ ਦੇਖਣਾ ਹੋਵੇ ਪਾਰਲੀਮੈਂਟ 'ਚ ਦੇਖ ਲਓ ਕਿ ਕਿੰਨੀਆਂ ਕੁ ਔਰਤਾਂ ਨੇ ਜੀ, ਕਿੰਨੀਆਂ ਕੁ ਔਰਤਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਆਮ ਅੱਗੇ ਹੋ ਕੇ ਵਿਚਰਦੀਆਂ ਨੇ ਤੇ ਕਿੰਨਾ ਕੁ ਸਮਾਜ ਉਹਨਾਂ ਚੀਜ਼ਾਂ ਨੂੰ ਲਾਈਕ ਕਰਦਾ ਹੈ। ਔਰਤਾਂ ਛੱਡੋ, ਤੁਸੀਂ ਵੱਡੀ ਉਮਰ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਖੁਦ ਹੀ ਇੱਕ ਦੂਜੀ ਦੀਆਂ ਦੁਸ਼ਮਣ ਬਣੀਆਂ ਰਹਿੰਦੀਆਂ ਨੇ। ਉਹੀ ਬਰਦਾਸ਼ਤ ਨਹੀਂ ਕਰਦੀਆਂ, ਅੱਛਾ ਔਰਤ ਇਹ ਇੱਥੇ ਔਰਤ ਨੂੰ ਨਹੀਂ ਬੋਲਣਾ ਚਾਹੀਦਾ, ਔਰਤ ਨੂੰ ਆਹ ਨਹੀਂ ਕਰਨਾ ਚਾਹੀਦਾ। ਔਰਤ ਹੀ ਔਰਤ ਦੀ ਦੁਸ਼ਮਣ ਬਣ ਕੇ ਉਹਦਾ ਅਧਿਕਾਰ ਖੋਹ ਲੈਂਦੀ ਆ ਜੀ, ਜੋ ਚੀਜ਼ ਆਪਾਂ ਦੇਖਦੇ ਆ ਰਹੇ ਹਾਂ। ਸੋ ਬਹੁਤ ਸਾਰੇ ਇਹੋ ਜਿਹੇ ਆਪਾਂ ਫੀਲਡ ਹੈਗੀਆਂ ਨੇ ਜਿੱਥੇ ਔਰਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਜੋ ਮਿਲਣਾ ਚਾਹੀਦਾ ਉਹਨਾਂ ਨੂੰ ਨਹੀਂ ਮਿਲਿਆ। ਤੇ ਇਸੇ ਕਰਕੇ ਸ਼ਾਇਦ ਸਮੇਂ ਦੇ ਨਾਲ ਜਦੋਂ ਕਾਨੂੰਨ ਔਰਤਾਂ ਦੇ ਹੱਕ 'ਚ ਆਇਆ ਤਾਂ ਉਸ ਕਾਨੂੰਨ ਦੀ ਦੁਰਵਰਤੋਂ ਵੀ ਹੋਣ ਲੱਗ ਗਈ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਔਰਤਾਂ ਨੂੰ ਬਹੁਤ ਸਾਰੇ ਅਧਿਕਾਰ ਮਿਲੇ ਆ, ਅਜਿਹਾ ਕੀ ਕਾਰਨ ਹੈ ਕਿ ਸਾਡਾ ਸਮਾਜ ਜਦੋਂ ਔਰਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੀ ਹੈ ਤਾਂ ਉਸ ਨੂੰ ਨਕਾਰ ਦਿੱਤਾ ਜਾਂਦਾ ਹੈ, ਉਸ ਨੂੰ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਤਬਕੇ ਵੱਲੋਂ? ਐਕਚੁਅਲੀ ਜਿਹੜਾ ਸਾਡਾ ਸਮਾਜ ਆ, ਮੈਂ ਪਹਿਲਾਂ ਹੀ ਦੱਸਿਆ ਨਾ, ਇਹ ਮਰਦ ਪ੍ਰਧਾਨ ਆ। ਇਹਦੀ ਸੋਚ ਤੇ ਇਹ ਹੋਇਆ ਕਿ ਇਹ ਕੰਮ ਮਰਦ ਦੇ ਆ ਜੀ, ਠੀਕ ਹੈ। ਤੁਸੀਂ ਸੋਚੋ, ਮੈਂ ਹੁਣ ਜਿਵੇਂ ਚਲੋ ਮੈਂ ਵਕਾਲਤ ਪੇਸ਼ੇ 'ਚ ਹਾਂ, ਵਕਾਲਤ ਦੇ ਵਿੱਚ ਕੁੜੀ ਨੂੰ ਵਕਾਲਤ ਕਰਾਉਣਗੇ, ਜਿਹੜੀ ਕੁੜੀ ਨੇ ਵਕਾਲਤ ਕਰ ਲਈ ਉਹ ਘਰ ਨਹੀਂ ਚਲਾ ਸਕਦੀ ਜੀ। ਇਹ ਮਾਈਂਡ ਸੈਟ ਆ ਲੋਕਾਂ ਦਾ ਜੀ, ਠੀਕ ਆ। ਇਹ ਤਾਂ ਘਰ 'ਚ ਵਕਾਲਤ ਕਰੂਗੀ, ਕਿਉਂ? ਜੇ ਮੁੰਡਾ ਆ, ਮੁੰਡਾ ਨਹੀਂ ਵਕਾਲਤ ਕਰੂਗਾ ਘਰ ਦੇ ਵਿੱਚ, ਬਿਲਕੁਲ, ਠੀਕ ਆ। ਫਿਰ ਔਰਤ ਵਕੀਲ ਆ ਤਾਂ ਇਹ ਕੁੜੀਆਂ ਦਾ ਪੇਸ਼ਾ ਨਹੀਂ, ਕੁੜੀ ਜੱਜ ਬਣ ਸਕਦੀ ਆ, ਮਤਲਬ ਇਹ ਮਾਈਂਡ ਸੈਟ ਆ ਨਾ।
ਮੇਰੀ ਜੂਨੀਅਰ ਆ, ਉਹ ਦੱਸਦੀ ਹੈ ਕਿ ਜਦੋਂ ਉਹਨੇ ਆਪਣੇ ਜ਼ਿਲ੍ਹੇ ਦੇ ਵਿੱਚ ਕਿਸੇ ਵਕੀਲ ਨੂੰ ਜੁਆਇਨ ਕੀਤਾ ਤਾਂ ਉਹਦੇ ਬ੍ਰਦਰ ਨੂੰ ਉਹਦੇ ਵਕੀਲ ਕਹਿੰਦਾ ਕਿ ਤੁਸੀਂ ਕੁੜੀ ਨੂੰ ਵਕਾਲਤ ਤਾਂ ਕਰਾ ਲਈ ਆ, ਇਹਨੂੰ ਜੁਡੀਸ਼ਰੀ ਕਰਾ ਲਓ, ਵਕਾਲਤ ਲਈ ਸਹੀ ਨਹੀਂ ਗੀ ਜੀ। ਕੁੜੀ ਦੇ ਲਈ ਪ੍ਰੋਫੈਸ਼ਨ ਮੰਨਿਆ ਜਾਂਦਾ ਵੀ ਟੀਚਿੰਗ ਪ੍ਰੋਫੈਸ਼ਨ ਕੁੜੀ ਲਈ ਠੀਕ ਆ, ਬਾਕੀ ਜੀ। ਪ੍ਰੋਫੈਸ਼ਨ ਠੀਕ ਨਹੀਂ ਗੇ। ਜੀ। ਕੁੜੀ ਸਪੋਰਟਸ 'ਚ ਅੱਗੇ ਜਾਣਾ ਚਾਹੁੰਦੀ ਹੈ, ਉਹਨੂੰ ਸਪੋਰਟਸ ਅੱਗੇ ਜਾਣ ਦੇ ਉੱਤੋਂ ਪਿੰਡਾਂ ਦੇ ਵਿੱਚ ਖਾਸ ਕਰਕੇ ਰੁਕੇ ਬਹੁਤ ਥੋੜੇ ਮਾਪੇ ਹੁੰਦੇ ਨੇ ਜਿਹੜੇ ਆਪਣੀਆਂ ਧੀਆਂ ਨੂੰ ਆਪ ਅੱਗੇ ਹੋ ਕੇ ਮਤਲਬ ਬਿਲਕੁਲ ਇਕੁਐਲਿਟੀ ਦੀ ਬਰਾਬਰੀ ਦੇ ਉੱਤੇ ਚਲਾਉਂਦੇ ਨੇ। ਠੀਕ ਆ, ਮੁੰਡਾ ਵਿਆਹ ਨਾ ਕਰਾਵੇ ਸਰ ਸਕਦਾ ਆ, ਜੀ। ਕੁੜੀ ਵਿਆਹ ਨਹੀਂ ਕਰਾਊਗੀ, ਇਹਦੇ ਤਾਂ ਪੱਕੇ ਕਿਸੇ ਨਾ ਕਿਸੇ ਨਾਲ ਰਿਲੇਸ਼ਨ ਹੋਣੇ ਨੇ ਜੀ। ਇਹ ਸੋਸਾਇਟੀ ਦਾ ਮਾਈਂਡਸੈਟ ਆ। ਕੁੜੀ ਵਿਵਾਕ ਹੋ ਕੇ ਬੋਲਦੀ ਆ, ਇਹਨੂੰ ਤਾਂ ਅਕਲ ਹੀ ਨਹੀਂ, ਜੀ। ਇਹ ਕਰ ਕਿੱਥੋਂ ਚਲਾ ਲੂਗੀ? ਜੀ। ਠੀਕ ਆ, ਇਹ ਸਮਾਜ 'ਚ ਰਹਿ ਨਹੀਂ ਸਕਦੀ ਹੈਗੀ। ਜੀ। ਇਹਨਾਂ ਨੂੰ ਤਾਂ ਬਾਹਰ ਦੀ ਆਦਤ ਪੈ ਗਈ ਆ। ਜੀ। ਕੁੜੀ ਮੁੰਡਾ ਰਾਤ ਨੂੰ ਲੇਟ ਆ ਜਾਵੇ ਕੋਈ ਚੱਕਰ ਨਹੀਂਗਾ, ਜੀ। ਕੁੜੀ ਕੋਈ ਕੰਮ ਕਰਕੇ ਰਾਤ ਨੂੰ ਲੇਟ ਆਈ ਆ, ਰਾਤਾਂ ਨੂੰ ਤੁਰੀ ਫਿਰਦੀ ਆ, ਕਿਸੇ ਯਾਰ ਨੂੰ ਮਿਲ ਕੇ ਆਈ ਹੋਣੀ ਆ। ਜੀ। ਮੈਂ ਬੜੇ ਕੌੜੇ ਤੇ ਤਿੱਖੇ ਸ਼ਬਦ ਵਰਤ ਰਹੀ ਹਾਂ ਪਰ ਇਹ ਸੱਚ ਆ, ਜੀ। ਇਹ ਸਾਡੀ ਸੋਸਾਇਟੀ ਦਾ ਸੱਚ ਆ। ਜੀ। ਮੁੰਡਾ ਜਾਂ ਮੁੰਡੇ ਦੇ ਕਿਸੇ ਵੀ ਕੁੜੀ ਨਾਲ ਰਿਲੇਸ਼ਨ ਰਹੇ ਹੋ ਸਕਦੇ ਆ, ਪਰ ਕਿਸੇ ਵੀ ਕੁੜੀ ਦਾ ਪਾਸਟ ਉਹਨੇ ਸੱਚ ਦੱਸਦਾ ਐਕਸੈਪਟੇਬਲ ਨਹੀਂ ਹੈਗਾ, ਜੀ। ਚਾਹੇ ਉਹਦੇ ਨਾਲ ਗਲਤੀ ਹੋਇਆ ਹੋਵੇ। ਜੀ। ਇਹ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਆ ਔਰ ਇਹਦੇ ਪਿੱਛੇ ਔਰਤਾਂ ਖੁਦ ਹੁੰਦੀਆਂ ਹੀ ਜ਼ਿੰਮੇਵਾਰ ਨੇ, ਜੀ। ਕਿਉਂਕਿ ਉਹ ਖੁਦ ਹੀ ਔਰਤ ਨੂੰ ਅੱਗੇ ਵਧਣ ਨਹੀਂ ਦਿੰਦੀਆਂ। ਜੀ। ਜੇਕਰ ਅਸੀਂ ਸਿਮਰਨਜੀਤ ਅੱਜ ਦੇ ਸਮਾਜ ਦੀ ਗੱਲ ਕਰੀਏ, ਕੁੜੀਆਂ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ਦੇ ਵਿੱਚ ਅਗਾਂਹ ਵਧ ਰਹੀਆਂ ਨੇ। ਇੱਥੋਂ ਤੱਕ ਕਿ ਪਹਿਲਾਂ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀ ਘਰ ਦੇ ਵਿੱਚ ਜਿਹੜਾ ਪੈਸਾ ਕਮਾਉਣ ਦਾ ਕੰਮ ਹੈ ਉਹ ਮਰਦ ਦਾ ਆ, ਔਰਤ ਜਿਹੜੀ ਹੈ ਘਰਾਂ ਨੂੰ ਸੰਭਾਲਦੀ ਹੈ। ਪਰ ਅੱਜ ਜਿਹੜੀਆਂ ਔਰਤਾਂ ਵੀ ਨੇ ਆਪਣੇ ਘਰ ਦੀ ਆਰਥਿਕਤਾ ਨੂੰ ਖੁਦ ਵੀ ਹੁਲਾਰਾ ਦੇ ਰਹੀਆਂ ਨੇ, ਫਿਰ ਵੀ ਸਾਡਾ ਸਮਾਜ ਜਿਹੜਾ ਆ ਔਰਤਾਂ ਨੂੰ ਬਣਦੇ ਹੱਕ ਕਿਉਂ ਨਹੀਂ ਦੇ ਰਿਹਾ? ਤੁਸੀਂ ਦੇਖੋ ਕਿ ਮੇਰੇ ਕੋਲ ਬਹੁਤ ਸਾਰੀਆਂ ਔਰਤਾਂ ਦੀ ਕਹਾਣੀ ਆ, ਮੈਂ ਵੀ ਜਿੰਨਾ ਵਿੱਚੋਂ ਇੱਕ ਆ। ਜੀ। ਅਸੀਂ ਦਿਨ ਰਾਤ ਆਪਣੇ ਕੰਮ ਦਾ ਵੀ ਕੰਮ ਕਰਾਂਗੇ, ਜੀ। ਫਿਰ ਰੋਟੀ ਵੀ ਪਕਾਉਣੀ ਆ, ਜੀ। ਫਿਰ ਸਫਾਈ ਵੀ ਕਰਨੀ ਆ, ਫਿਰ ਉਹਨੇ ਜਵਾਕ ਵੀ ਸਾਂਭਣੇ ਆ। ਜੀ। ਉਹ ਇਕੱਠੇ ਹੋ ਕੇ ਰਲ ਕੇ ਨਹੀਂ ਹੋਊਗਾ, ਉਹ ਕੰਮ ਔਰਤ ਦੇ ਹੀ ਰਹਿਣਗੇ, ਔਰਤ ਮਰਦ ਵਾਲਾ ਕੰਮ ਕਰ ਲੂਗੀ। ਜੀ। ਇਹ ਮਾਈਂਡਸੈਟ ਮਾੜਾ ਆ। ਜੀ। ਜਦੋਂ ਤੱਕ ਔਰਤ ਤੇ ਮਰਦ ਇਹ ਚੀਜ਼ਾਂ ਨਹੀਂ ਸੋਚਣਗੇ ਕਿ ਅਸੀਂ ਰਲ ਕੇ ਸਾਰੇ ਕੰਮ ਕਰਨੇ ਆ ਨਾ, ਉਹਨਾਂ ਦਾ ਸਿਸਟਮ ਨਹੀਂ ਸੈੱਟ ਆਊਗਾ। ਜੀ। ਠੀਕ। ਇਹ ਜਿਹੜੀ ਚੀਜ਼ ਹੈਗੀ, ਜਿਹੜਾ ਸਮਾਜ ਆ ਉਹ ਔਰਤ ਨੂੰ ਅਧਿਕਾਰ ਨਹੀਂ ਦਿੰਦਾ, ਕਿਉਂਕਿ ਜਿਹੜਾ ਸਮਾਜ ਆ ਨਾ ਇਹਦੀ ਜਿਹੜੀ ਮਾਈਂਡ ਸੈਟ ਆ, ਕਹਿ ਦੋ ਕਿ ਇਹਦੀ ਜਿਹੜੀ ਸੋਸ਼ਲਾਈਜੇਸ਼ਨ ਆ ਨਾ, ਇਹ ਇਦਾਂ ਦੀ ਹੋਈ ਆ, ਪਾਸਟ ਤੋਂ ਹੀ ਹੋਈ ਆ। ਜੀ। ਠੀਕ ਹੈ, ਉਹ ਔਰਤ ਨੂੰ ਇਹੀ ਚੀਜ਼ ਸਿਖਾਈ ਜਾਂਦੀ ਆ ਕਿ ਕੁੜੀਆਂ ਬੜਾ ਨਹੀਂ ਬੋਲਦੀਆਂ। ਜੀ। ਕੁੜੀਆਂ 'ਚ ਸੰਗ ਸ਼ਰਮ ਔਰਤ ਦਾ ਗਹਿਣਾ। ਜੀ। ਕੁੜੀ ਦਾ ਸੈਟ ਕਿਆ ਹੋਣਾ ਚਾਹੀਦਾ ਆ? ਜੀ। ਮੁੰਡੇ ਜੀਨ ਪਾ ਸਕਦੇ ਆ? ਮੈਨੂੰ ਇੱਕ ਗੱਲ ਦੱਸੋ, ਚਲੋ ਨਾ ਹੁਣ ਕਹਿੰਦੇ ਲੈ ਇਹ ਜੀਨ ਪਾਈ ਫਿਰਦੀਆਂ ਨੇ, ਜੀ ਇਹਨਾਂ ਨੇ ਪੱਛਮੀ ਪਹਿਰਾਵਾ, ਮੁੰਡਿਆਂ ਨੂੰ ਜੀਨ ਕੀ ਇੰਡੀਅਨ ਪਹਿਰਾਵਾ ਆ? ਜੀ। ਮੁੰਡਿਆਂ ਦਾ ਪਹਿਰਾਵਾ ਵੀ ਤਾਂ ਫਿਰ ਕੁੜਤਾ ਚਾਦਰਾ ਹੋਣਾ ਚਾਹੀਦਾ। ਜੀ। ਮੁੰਡਿਆਂ ਦਾ ਪਹਿਰਾਵਾ ਵੀ ਫਿਰ ਕੁੜਤਾ ਪਜਾਮਾ ਹੋਣਾ ਚਾਹੀਦਾ। ਜੀ। ਠੀਕ ਆ, ਉਹ ਕਿਉਂ ਜੀਨ ਪਾਉਂਦੇ ਨੇ? ਜੀ। ਮੁੰਡੇ ਜੀਨ ਪਾ ਸਕਦੇ ਨੇ, ਠੀਕ ਆ, ਕੁੜੀ ਦੇ ਸਿਰਫ ਸੂਟ ਪਾਇਆ ਹੋਣਾ ਚਾਹੀਦਾ। ਸੂਟ ਪਾਇਆ ਚਲੋ ਸਿਰ ਢੱਕ ਲਓ, ਮਤਲਬ ਔਰਤ ਦਾ ਪਹਿਰਾਵਾ ਇਹਨਾਂ ਨੂੰ ਦੱਸਦਾ ਆ ਕਿ ਔਰਤ ਕੀ ਆ। ਜੀ। ਔਰਤ ਦੇ ਗੁਣ ਨਹੀਂ ਦੱਸਦੇ। ਜੀ। ਔਰਤ ਦੇ ਅੰਦਰਲਾ ਸੱਚ ਨਹੀਂ ਦੱਸਦਾ। ਇਹ ਪ੍ਰੋਬਲਮ ਆ ਸਾਡੇ ਸਮਾਜ ਦੀ। ਜੀ। ਬਾਕੀ ਤੁਸੀਂ ਸਹੀ ਗੱਲ ਕੀਤੀ ਹੈ ਕਿ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਆਪਣਾ ਪਹਿਰਾਵਾ ਜਿਹੜਾ ਸੱਭਿਆਚਾਰਕ ਉਹੀ ਪਾਉਣ, ਕਿਤੇ ਨਾ ਕਿਤੇ ਜਿਹੜਾ ਮੁੰਡਿਆਂ ਨੂੰ ਇਹਨਾਂ ਗੱਲਾਂ ਵੱਲ ਨਹੀਂ ਕੀਤਾ ਜਾਂਦਾ, ਧਿਆਨ ਦਿੱਤਾ ਜਾਂਦਾ। ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਜੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਕੁੜੀਆਂ ਆਪਣੇ ਹੱਕ ਲੈ ਸਕਣਗੀਆਂ ਸਮਾਜ ਤੋਂ ਕਿ ਨਹੀਂ? ਪਤਾ ਕੀ ਆ, ਹੱਕ ਜਦੋਂ ਜੇ ਕੁੜੀਆਂ ਵਾਕਈ ਉਹ ਚੀਜ਼ ਉਹ ਪੋਜੀਸ਼ਨ ਚਾਹੁੰਦੀਆਂ ਨੇ ਨਾ, ਜੀ, ਉਹਨਾਂ ਨੂੰ ਇੱਕ ਵਾਰ ਬਾਗੀ ਹੋਣਾ ਪੈਣਾ। ਜੀ। ਤੇ ਬਾਗੀ ਹੋਣਗੇ ਉਹਨਾਂ ਨੂੰ ਬਹੁਤ ਸਾਰੇ ਸੈਕਰੀਫਾਈਸਿਸ ਕਰਨੇ ਪੈਣਗੇ। ਜੀ। ਜਿੰਨੀ ਦੇਰ, ਔਰ ਇਸ ਚੀਜ਼ ਲਈ ਇਕੱਲੀ ਔਰਤ ਨਹੀਂ ਕੁਝ ਕਰ ਪਾਉਗੀ। ਜੀ। ਇਸ ਚ ਮਰਦਾਂ ਨੂੰ ਅੱਗੇ ਆਉਣਾ ਪਊਗਾ। ਜੀ। ਜਿਹੜੇ ਸਾਰੂ ਸੋਚ, ਦੇਖੋ ਪ੍ਰੋ ਫੈਮਿਨਿਸਟ ਹੋਣਾ ਵੀ ਗਲਤ ਆ, ਸਿਰਫ ਔਰਤ 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 ਸੋਚਣਾ ਵੀ ਗਲਤ ਆ। ਜੀ। ਕਿਉਂਕਿ ਜਦ ਤੱਕ ਅਸੀਂ ਦੋਨੋਂ ਜਣੇ ਇਹ ਚੀਜ਼ ਨਹੀਂ ਸੋਚਾਂਗੇ ਕਿ ਸਾਡੀ ਜਿਹੜੀ ਜ਼ਿੰਦਗੀ ਦੀ ਗੱਡੀ ਆ ਇਹਦੇ ਦੋਨੋਂ ਪਹੀਏ ਬਰਾਬਰੀ ਚਾਹੁੰਦੇ ਨੇ, ਬਰਾਬਰ ਹੋਣਗੇ ਤਾਂ ਹੀ ਇਹ ਗੱਡੀ ਚੱਲੂਗੀ। ਇਹ ਨਹੀਂ ਸੋਚਾਂਗੇ, ਇਹ ਔਰਤ ਤੇ ਮਰਦ ਦੋਨਾਂ ਦੀ ਜ਼ਿੰਮੇਵਾਰੀ ਆ। ਜੀ। ਠੀਕ ਹੈ, ਔਰਤਾਂ ਹੱਕ ਮੰਗਦੀਆਂ ਨੇ ਜੀ ਲਾਚਾਰ ਹੋ ਕੇ, ਉਹ ਗਲਤ ਆ। ਕੁੜੀਆਂ ਰੋਂਦੀਆਂ ਰੋਂਦੀਆਂ ਫੋਨ ਕਰਨਗੀਆਂ, ਮੈਨੂੰ ਮਦਦ ਚਾਹੀਦੀ ਹੈ, ਮੈਨੂੰ ਮਦਦ ਚਾਹੀਦੀ ਆ। ਹੁਣੀ ਮੈਂ ਇੱਕ ਵੀਡੀਓ ਦੇਖ ਰਹੀ ਸੀਗੀ, 5 ਭੈਣਾਂ ਦਾ ਇੱਕ ਭਾਈ ਆ, ਉਹ ਭਰਾ ਛੋਟਾ ਹੈ, ਕੁੜੀਆਂ ਵੱਡੀਆਂ ਨੇ, ਭਰਾ ਨੂੰ ਮਦਦ ਦੀ ਲੋੜ ਆ। ਮਤਲਬ ਵੈਸੇ ਗੱਲ ਕਰ ਰਹੀ ਆ ਕਿ ਭਰਾ ਹੋਣਾ ਇੰਨਾ ਜ਼ਰੂਰੀ ਆ। ਜੀ। ਕਿ ਇੱਕ ਬੰਦੇ ਦੀ ਸਿਕਿਉਰਿਟੀ ਇੰਨੀ ਜ਼ਿਆਦਾ ਜ਼ਰੂਰੀ ਆ। ਕੁੜੀਆਂ ਫੋਨ ਕਰਕੇ ਕਹਿਣਗੀਆਂ ਮੇਰਾ ਫਾਦਰ ਹੈ ਨਹੀਂਗਾ, ਐ ਕਰਨਾ ਉਹ ਕਰਨਾ, ਮਾਂ ਤਾਂ ਹੈਗੀ ਆ ਨਾ। ਬਿਲਕੁਲ।
ਜਾਨੀ ਕਿ ਸਾਡੀਆਂ ਜਿਹੜੀਆਂ ਜਦ ਤੱਕ ਅਸੀਂ ਆਪ ਅੰਦਰੋਂ ਨਹੀਂ ਨਾ ਸੋਚਾਂਗੇ ਕਿ ਅਸੀਂ ਬਰਾਬਰ ਆ ਜੀ ਉਨੀ ਦੇਰ ਕੁਝ ਨਹੀਂ ਹੋਣਾ। ਜਿੰਨੀ ਦੇਰ ਅਸੀਂ ਦੂਜੇ ਵੱਲ ਉਮੀਦ ਲਾ ਕੇ ਦੇਖਾਂਗੇ ਮੈਨੂੰ ਦਊ ਕੁਛ, ਉਨੀ ਦੇਰ ਕੁਛ ਨਹੀਂ ਮਿਲਣਾ। ਕਹਿੰਦੇ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਂਦੇ ਖੋ, ਉਹ ਖੋਣੇ ਪੈਂਦੇ ਨੇ। ਜੀ ਵਾਕਈ ਤੁਸੀਂ ਸਹੀ ਗੱਲ ਕੀਤੀ ਹੈ। ਹੱਕ ਬੇਸ਼ੱਕ ਮਿਲੇ ਹੋਏ ਆ, ਜਦੋਂ ਤੱਕ ਅਸੀਂ ਉਹਨਾਂ ਨੂੰ ਵਰਤਾਂਗੇ ਨਹੀਂ, ਉਹਨਾਂ ਨੂੰ ਲਵਾਂਗੇ ਨਹੀਂ, ਉਦੋਂ ਤੱਕ ਅਸੀਂ ਇੱਕ ਵਧੀਆ ਜ਼ਿੰਦਗੀ ਨਹੀਂ ਜਿਉ ਸਕਦੇ। ਜੇਕਰ ਸਿਮਰਨਜੀਤ ਕੌਰ ਗੱਲ ਕਰੀਏ, ਤੁਸੀਂ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹੈਗੇ ਹੋ। ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਸੁਣਦੇ ਆ, ਜੇਕਰ ਤਾਂ ਕੋਈ ਲੜਕਾ ਇੱਥੇ ਰਹਿੰਦਾ ਆ ਤਾਂ ਬਹੁਤ ਸਾਰੇ ਮਾਪੇ ਜਿਹੜੇ ਆ ਉਹ ਕਹਿੰਦੇ ਬਹੁਤ ਵਧੀਆ ਚੀਜ਼ ਆ। ਜੇਕਰ ਕੁੜੀ ਕਹਿ ਦਿੰਦੀ ਹੈ ਕਿ ਮੈਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿਣਾ ਆ ਤਾਂ ਬਹੁਤ ਸਾਰੇ ਮਾਪੇ ਇਸ ਗੱਲ ਦਾ ਵਿਰੋਧ ਕਰਦੇ ਆ। ਇਸ ਪਿੱਛੇ ਤੁਹਾਨੂੰ ਕੀ ਕਾਰਨ ਲੱਗਦੇ ਆ? ਮਾਪੇ ਵਿਰੋਧ ਕਰਦੇ ਕਿਉਂਕਿ ਕਿਤੇ ਗਾਣੇ ਵਾਲਿਆਂ ਨੇ ਇਸ ਤਰ੍ਹਾਂ ਕੀਤਾ ਪਿਆ ਆ। ਗਾਣੇ ਵਾਲਿਆਂ ਨੇ ਚੰਡੀਗੜ੍ਹ ਦੀਆਂ ਕੁੜੀਆਂ ਬਦਨਾਮ ਕੀਤੀਆਂ ਪਈਆਂ ਨੇ ਜੀ, ਵੀ ਚੰਡੀਗੜ੍ਹ ਦੀਆਂ ਕੁੜੀਆਂ ਏਦਾਂ ਮਤਲਬ ਬਹੁਤ ਸਾਰੇ ਗਾਣੇ ਨੇ। ਠੀਕ ਆ, ਮੁੰਡੇ ਭਾਵੇਂ ਕੁੜੀਆਂ ਨੂੰ ਕਿਤੋਂ ਬਾਹਰੋਂ ਲੈ ਕੇ ਆ ਜਾ ਕਲੱਬ ਦੇ ਵਿੱਚ ਆ ਕੇ ਘੁੰਮਣ ਨੱਚਣ ਗਾਉਣ, ਉਹ ਮੁੰਡੇ ਕਲੱਬ 'ਚ ਨੱਚ ਰਹੇ ਆ, ਉਹ ਪ੍ਰੋਬਲਮ ਨਹੀਂ ਗੀ, ਪਰ ਕੁੜੀ ਆ ਉਹਦੀ ਇਮੇਜ ਨੂੰ ਸੂਟ ਨਹੀਂ ਕਰਦੀ ਗੱਲ, ਉਹਦੇ ਪਰਿਵਾਰ ਨੂੰ ਸੂਟ ਨਹੀਂ ਕਰਦੀ। ਕੁੜੀ ਚੰਡੀਗੜ੍ਹ ਰਹੀ ਆ, ਵਿਆਹ ਰਿਸ਼ਤਾ ਹੋਣ ਲੱਗਦਾ, ਕੁੜੀ ਚੰਡੀਗੜ੍ਹ ਰਹੀ ਆ, ਕਰੈਕਟਰ ਦਾ ਪਤਾ ਕਰਾ ਲਓ, ਕੀ ਪਤਾ ਕਿੰਨੇ ਕੁ ਅਫੇਅਰ ਰਹੇ ਹੋਣ। ਜੀ, ਮੁੰਡੇ ਦਾ ਕਦੇ ਕਰੈਕਟਰ ਪਤਾ ਕਰਾਇਆ ਤੁਸੀਂ? ਜੀ, ਮੁੰਡੇ ਦਾ ਪਾਸਟ ਚੈੱਕ ਕੀਤਾ ਕਦੇ? ਨਹੀਂ। ਇਹ ਗੱਲਾਂ ਹੁਣ ਵੀ ਮੇਰੀਆਂ ਸੁਸਾਇਟੀ ਨੂੰ ਬਹੁਤ ਬੁਰੀਆਂ ਲੱਗਦੀਆਂ ਹੋਣਗੀਆਂ। ਆਦਤ ਪਤਾ ਕੀ ਆ, ਖਰਬੂਜਾ ਚਾਕੂ ਤੇ ਗਿਰੇ ਜਾਂ ਚਾਕੂ ਖਰਬੂਜੇ ਤੇ, ਨੁਕਸਾਨ ਖਰਬੂਜੇ ਦਾ ਹੁੰਦਾ ਤੇ ਔਰਤ ਨੂੰ ਖਰਬੂਜਾ ਹੀ ਲੈ ਕੇ ਚੱਲਿਆ ਜਾਂਦਾ ਆ। ਜੀ ਵਾਕਈ ਸਹੀ ਗੱਲ ਹੈ। ਸਾਡੇ ਸਮਾਜ ਦਾ ਬਹੁਤ ਸਾਰਾ ਤਬਕਾ ਅਜਿਹਾ ਹੈ ਜਿਹੜਾ ਹਾਲੇ ਵੀ ਔਰਤਾਂ ਨੂੰ ਉਹਨਾਂ ਦੇ ਹੱਕ ਨਹੀਂ ਦੇ ਰਿਹਾ ਹੈ। ਜੀ, ਉਹਨਾਂ ਦਾ ਇਹ ਮੰਨਣਾ ਹੈ ਕਿ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਅਧਿਕਾਰਾਂ ਦੇ ਵਿੱਚ ਹੀ ਰਹਿਣ, ਜਿੰਨਾ ਉਹ ਚਾਹੁੰਦੇ ਆ ਉਸ ਤਰ੍ਹਾਂ ਹੀ ਔਰਤਾਂ ਕੰਮ ਕਰਨ। ਇਹ ਸਾਡੇ ਸਮਾਜ ਦੀ ਇੱਕ ਬਹੁਤ ਹੀ ਵੱਡੀ ਤਰਾਸਦੀ ਹੈ। ਪਰ ਇਸ ਚੀਜ਼ ਨੂੰ ਪਤਾ ਕਿਹਦੇ ਨਾਲ ਜੋੜ ਦਿੰਦੇ? ਸਾਡੀਆਂ ਕਦਰਾਂ ਕੀਮਤਾਂ ਨਾਲ, ਜੀ, ਸਾਡੇ ਸੱਭਿਆਚਾਰ ਨਾਲ ਜੋੜ ਦੇਣਗੇ। ਸਾਡੇ ਗੁਰੂ ਸਾਹਿਬ ਨੇ ਤਾਂ ਬਰਾਬਰੀ ਦੀ ਗੱਲ ਕੀਤੀ ਆ, ਸਾਡੇ ਸੱਭਿਆਚਾਰ ਵੀ ਬਰਾਬਰੀ ਦੀ ਗੱਲ ਕਰਦਾ ਆ। ਤੁਸੀਂ ਇਸ ਚੀਜ਼ ਨੂੰ ਕਦਰਾਂ ਕੀਮਤਾਂ ਨਾਲ ਕਿਵੇਂ ਜੋੜ ਸਕਦੇ ਹੋ? ਜਿਹੜੀ ਗੁਰਬਾਣੀ ਜਾਂ ਜਿਹੜੀਆਂ ਕਦਰਾਂ ਕੀਮਤਾਂ ਸਾਨੂੰ ਸਾਡੇ ਜ਼ਮੀਰ ਤੇ ਹੱਕ ਸੱਚ ਤੇ ਖੜਨ ਨੂੰ ਬੋਲਦੀਆਂ ਹੋਣ, ਜਿਹੜਾ ਜ਼ਮੀਰ ਸਾਨੂੰ ਸੱਚ ਬੋਲਣ ਦੀ ਤਾਕਤ ਦਿੰਦਾ ਹੋਵੇ, ਜਿਹੜੀ ਗੁਰਬਾਣੀ ਸਾਨੂੰ ਸੱਚ ਦੇ ਰਾਹ ਤੇ ਚੱਲਣ ਨੂੰ ਕਹਿੰਦੀ ਹੋਵੇ, ਉਸ ਜਗ੍ਹਾ ਦੇ ਉੱਤੇ ਸਾਨੂੰ ਕਦਰਾਂ ਕੀਮਤਾਂ ਸਿਖਾ ਕੇ ਤੇ ਚੁੱਪ ਰਹਿਣਾ ਤੇ ਕਹਿ ਕੇ ਕਿ ਔਰਤ ਸ਼ਰਮ ਔਰਤ ਦਾ ਗਹਿਣਾ ਆ, ਉਹ ਚੀਜ਼ ਸਿਖਾ ਦਿੱਤੀ ਜਾਵੇ। ਵਧੀਆ ਘਰਾਂ ਦੀਆਂ ਕੁੜੀਆਂ ਬੋਲਦੀਆਂ ਨਹੀਂ ਹੁੰਦੀਆਂ, ਵਧੀਆ ਘਰਾਂ ਦੀਆਂ ਕੁੜੀਆਂ ਏਦਾਂ ਨਹੀਂ ਕਰਦੀਆਂ ਹੁੰਦੀਆਂ। ਇਹ ਵਧੀਆ ਘਰ ਕਿਹੜੇ ਹੁੰਦੇ ਨੇ? ਜੀ ਵਾਕਈ ਇਹ ਸਮਝਣ ਦੀ ਲੋੜ ਹੈ ਕਿ ਵਧੀਆ ਘਰ ਹੈ ਕਿਹੜੇ ਆ। ਜਦ ਕਿ ਇਹ ਮੰਨਿਆ ਜਾਂਦਾ ਹੈ ਕਿ ਔਰਤ ਤੇ ਮਰਦ ਦੋਵੇਂ ਸਮਾਜ ਦਾ ਹਿੱਸਾ ਨੇ, ਇਹਨਾਂ ਦੋਵਾਂ ਨੂੰ ਬਰਾਬਰੀ ਦੇ ਨਾਲ ਚੱਲਣਾ ਪਊਗਾ। ਪਰ ਸਾਡਾ ਸਮਾਜ ਅਧਿਕਾਰ ਤਾਂ ਦੇ ਨਹੀਂ ਰਿਹਾ, ਫਿਰ ਔਰਤਾਂ ਕੀ ਕਰਨ? ਮੈਂ ਉਹੀ ਤਾਂ ਗੱਲ ਕਹਿ ਰਹੀ ਹਾਂ ਨਾ, ਵਧੀਆ ਘਰ ਕਿਹੜਾ ਹੁੰਦਾ ਆ? ਔਰਤਾਂ ਕੀ ਕਰਨ? ਔਰਤਾਂ ਖੁਦ ਜ਼ਿੰਮੇਵਾਰ ਨੇ ਜੀ, ਕੋਈ ਹੋਰ ਨਹੀਂ ਗਾ ਜ਼ਿੰਮੇਵਾਰ। ਜੀ, ਔਰਤ, ਮੈਂ ਕੀ ਕਹਿ ਰਹੀ ਹਾਂ, ਔਰਤ ਦੀ ਆਜ਼ਾਦੀ ਦੇ ਨਾਂ ਦੇ ਉੱਤੇ, ਠੀਕ ਆ, ਔਰਤਾਂ ਕਾਨੂੰਨ ਦੀ ਦੁਰਵਰਤੋਂ ਕਰਦੀਆਂ ਨੇ। ਜੀ, ਔਰਤਾਂ ਨੂੰ ਖੁੱਲ੍ਹ ਮਿਲਦੀ ਆ, ਉਹ ਉਸ ਖੁੱਲ੍ਹ ਦਾ ਨਾਜਾਇਜ਼ ਫਾਇਦਾ ਚੱਕਦੀਆਂ ਨੇ। ਉਹ ਇਹ ਨਹੀਂ ਦੇਖਦੀਆਂ ਹੈਗੀਆਂ ਕਿ ਕੀ ਸਹੀ ਆ ਕੀ ਗਲਤ ਆ ਜਿਨ੍ਹਾਂ ਨੂੰ ਮਿਲਦੀ ਆ। ਉਹ ਕੀ ਦੇਖਦੀਆਂ ਨੇ, ਅੱਛਾ ਮੁੰਡਾ ਸ਼ਰਾਬ ਪੀਂਦਾ, ਲੈ ਫਿਰ ਕੀ ਜਿਵੇਂ ਪੀ ਲੂ। ਉਹ ਚੰਗੀ ਚੀਜ਼ ਵਾਲੇ ਪਾਸੇ ਨਹੀਂ ਕਰਦੀਆਂ। ਜੀ, ਠੀਕ ਆ, ਜਿੱਥੇ ਜਿੱਥੇ ਪ੍ਰੋਬਲਮ ਆਉਂਦੀ ਆ, ਅੱਛਾ ਮੁੰਡਾ ਰਾਤ ਨੂੰ ਅਵਾਰਾਗਰਦੀ ਕਰ ਰਿਹਾ ਆ, ਯਾਰਾਂ ਦੋਸਤਾਂ ਨਾਲ ਘੁੰਮ ਰਿਹਾ, ਅਵਾਰਾਗਰਦੀ, ਮੈਂ ਕੰਮ ਦੀ ਗੱਲ ਨਹੀਂ ਕੀਤੀ। ਕੁੜੀ ਕਰ ਨੂੰ ਕੀ ਫਰਕ ਪੈਂਦਾ? ਜੀ, ਮੁੰਡਾ ਬਾਹਰ ਸ਼ਾਰਟਸ 'ਚ ਤੁਰਿਆ ਫਿਰਦਾ ਆ, ਜੇ ਮੈਂ ਸ਼ਾਰਟਸ ਪਾ ਕੇ ਚਲੀ ਜਾਊਂ ਕੀ ਫਰਕ ਪੈ ਜਾਊ? ਜੀ, ਉਹ ਇਹ ਚੀਜ਼ ਨਹੀਂ ਸੋਚਦੀਆਂ ਹੈਗੀਆਂ ਕਿ ਕੀ ਫਰਕ। ਦਾਰੂ ਜਿੰਨੀ ਮੁੰਡੇ ਲਈ ਮਾੜੀ ਆ, ਉਨੀ ਕੁੜੀ ਲਈ ਵੀ ਮਾੜੀ ਆ। ਬਿਲਕੁਲ, ਜੋ ਚੀਜ਼ ਹਾਨੀਕਾਰਕ ਹੈ ਉਹ ਹਾਨੀਕਾਰਕ ਹੈ। ਤੁਸੀਂ ਚੰਗੀ ਚੀਜ਼ ਸਿੱਖਣੀ ਹੈ, ਤੁਸੀਂ ਇਹ ਦੇਖੋ, ਜੇ ਮੁੰਡਾ ਪੜ੍ਹ ਸਕਦਾ ਮੈਂ ਕਿਉਂ ਨਹੀਂ ਪੜ੍ਹ ਸਕਦੀ? ਇਹਦੇ ਲਈ ਲੜੋ। ਬਿਲਕੁਲ, ਠੀਕ ਆ, ਜੇ ਮੁੰਡਾ ਹੱਕ ਸੱਚ ਲਈ ਲੜ ਸਕਦਾ ਤਾਂ ਮੈਂ ਕਿਉਂ ਨਹੀਂ ਲੜ ਸਕਦੀ? ਜੀ, ਠੀਕ ਆ, ਜੇ ਮੁੰਡਾ ਰਾਤ ਨੂੰ ਕਿਸੇ ਦੀ ਮਦਦ ਕਰਨ ਥਾਣੇ ਜਾ ਸਕਦਾ ਤਾਂ ਮੈਂ ਕਿਉਂ ਨਹੀਂ ਜਾ ਸਕਦੀ? ਜੀ, ਜੇ ਮੁੰਡਾ ਰਾਤ ਨੂੰ ਸੜਕ ਤੇ ਪਈ ਕਿਸੇ ਬਜ਼ੁਰਗ ਔਰਤ ਨੂੰ ਬਚਾ ਕੇ ਹਸਪਤਾਲ ਲਿਜਾ ਸਕਦਾ ਤਾਂ ਇਹ ਔਰਤ ਕਿਉਂ ਨਹੀਂ ਲਿਜਾ ਸਕਦੀ? ਜੀ, ਠੀਕ ਆ, ਇਹ ਗੱਲਾਂ ਨਹੀਂ ਸੋਚਦੇ। ਜੇ ਮੁੰਡਾ ਆਪਣੇ ਘਰ ਦੀ ਸ਼ਾਪਿੰਗ ਸਾਰਾ ਸਮਾਨ ਘਰ ਲਈ ਕਮਾ ਸਕਦਾ ਤੇ ਇੱਕ ਔਰਤ ਕਿਉਂ ਨਹੀਂ ਕਮਾ ਸਕਦੀ? ਅਸੀਂ ਇਸ ਡਾਇਰੈਕਸ਼ਨ 'ਚ ਨਹੀਂ ਚੱਲਦੀਆਂ। ਜੀ, ਸਾਡੀਆਂ ਕੁੜੀਆਂ ਕਿਸ ਡਾਇਰੈਕਸ਼ਨ 'ਚ ਚੱਲਦੀਆਂ? ਲੈ, ਜੇ ਮੁੰਡਾ ਦਾਰੂ ਪੀਊ, ਕੁੜੀ ਕਿਉਂ ਨਹੀਂ ਪੀ ਸਕਦੀ? ਜੀ, ਠੀਕ ਆ, ਮੁੰਡਾ ਲਲਕਾਰੇ ਮਾਰ ਸਕਦਾ, ਕੁੜੀ ਕਿਉਂ ਨਹੀਂ ਮਾਰ ਸਕਦੀ? ਜੀ, ਹੈ ਜੀ, ਮੁੰਡਾ ਲੜਾਈ ਕਰ ਸਕਦਾ, ਕੁੜੀ ਕਿਉਂ ਨਹੀਂ ਕਰ ਸਕਦੀ? ਜੀ, ਇਹ ਗਲਤ ਡਾਇਰੈਕਸ਼ਨ 'ਚ ਚੱਲਦੇ ਆ। ਜੀ, ਜਾਨੀ ਕਿ ਜੇਕਰ ਅਸੀਂ ਆਪਣੇ ਹੱਕ ਲੈਣੇ ਆ ਤਾਂ ਸਾਨੂੰ ਇੱਕ ਸਹੀ ਦਿਸ਼ਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਸਾਡੇ ਕੋਲ। ਇਸ ਤੋਂ ਇਲਾਵਾ ਜਿਹੜਾ ਕੁੜੀਆਂ ਨੂੰ, ਤੁਹਾਨੂੰ ਕੀ ਲੱਗਦਾ, ਸਾਡਾ ਜਿਹੜਾ ਅੱਜ ਦੇ ਘਰਾਂ ਦੀ ਗੱਲ ਕਰੀਏ ਤਾਂ ਬਹੁਤੀ ਵਾਰ ਕੁੜੀਆਂ ਕੀ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਹੈ ਵਿਆਹ ਨਹੀਂ ਕਰਵਾਉਣਾ, ਪਰ ਪਰਿਵਾਰ ਕਹਿੰਦਾ ਹੈ ਕਿ ਤੁਹਾਡਾ ਵਿਆਹ ਕਰਵਾਉਣਾ ਲਾਜ਼ਮੀ ਹੈ।
ਇਹ ਕਿਹੜੀ ਰੀਤ ਜਾਂ ਰਸਮੋ ਰਿਵਾਜ ਹੈ ਕਿ ਸਮਾਜ ਦੇ ਡਰ ਖੁਣੋ ਕੁੜੀ ਦੇ ਅਧਿਕਾਰਾਂ ਦਾ ਘਾਣ ਕਰਕੇ ਉਸਦਾ ਵਿਆਹ ਕਰ ਦਿੱਤਾ ਜਾਂਦਾ ਆ, ਪਰ ਉਸ ਤੋਂ ਬਾਅਦ ਜਦੋਂ ਤਕਲੀਫ ਆਉਂਦੀ ਹੈ ਕੁੜੀ ਨੂੰ ਹੀ ਸਹਿਣਾ ਪੈਂਦਾ ਆ। ਹੁਣ ਤੁਸੀਂ ਦੇਖੋ ਨਾ, ਇੱਕ ਨਾ ਜਿੱਦ ਫੜੀ ਹੁੰਦੀ ਆ ਮਾਪਿਆਂ ਨੇ, ਕਿਉਂਕਿ ਮਾਪਿਆਂ ਨੂੰ ਸਮਾਜ ਆ ਕੇ ਤੰਗ ਕਰਦਾ, ਤੁਹਾਡੀ ਕੁੜੀ ਨੇ ਵਿਆਹ ਨਹੀਂ ਕਰਾਇਆ ਜੀ, ਇਹ ਤਾਂ ਵਿਆਹ ਨਹੀਂ ਕਰਾਇਆ। ਇੱਕ ਨਾ ਖੁੱਲ ਕੇ ਗੱਲ ਕਰੂੰਗੀ, ਸਾਰਿਆਂ ਦੇ ਮਾਈਂਡ 'ਚ ਇੱਕ ਸਟਿਗਮਾ ਹੁੰਦਾ ਆ। ਪਹਿਲਾਂ ਕੀ ਕਰਦੇ ਸੀ, ਪੁਰਾਣੇ ਜ਼ਮਾਨਿਆਂ ਦੇ ਵਿੱਚ ਕੁੜੀ ਮੁੰਡੇ ਦਾ ਜਲਦੀ ਵਿਆਹ ਕਰ ਦਿੰਦੇ ਸੀਗੇ ਤਾਂ ਕਿ ਮੁੰਡਾ ਵੀ ਕਿਤੇ ਬਾਹਰ ਨਾ ਜਾਵੇ ਤੇ ਕੁੜੀ ਵੀ ਕਿਤੇ ਰਿਲੇਸ਼ਨ ਨਾ ਬਣਾਵੇ। ਕਿਉਂਕਿ ਜਿਹੜਾ ਵਿਆਹ ਹੁੰਦਾ ਆ ਇਹ ਇੱਕ ਲੀਗਲ ਲਾਇਸੈਂਸ ਹੁੰਦਾ ਆ ਦੋ ਜਣਿਆਂ ਦੇ ਵਿਚਲੇ ਫਿਜ਼ੀਕਲ ਰਿਲੇਸ਼ਨਸ਼ਿਪ ਦਾ, ਠੀਕ। ਤੇ ਡਰ ਇਹ ਹੁੰਦਾ ਆ, ਲੋਕਾਂ ਨੂੰ ਲੱਗਦਾ ਆ, ਇਹ ਸਮਾਜ ਦੀ ਮੈਂਟੈਲਿਟੀ ਆ ਕਿ ਜੇ ਕਿਸੇ ਦਾ ਵਿਆਹ ਨਹੀਂ ਹੋਊਗਾ ਉਹਨੂੰ ਫਿਜ਼ੀਕਲ ਰਿਲੇਸ਼ਨ ਦੀ ਲੋੜ ਆ ਵੀ ਉਹ ਕਿਤੇ ਨਾ ਕਿਤੇ ਜਾਊ ਜੀ। ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਇੱਕ ਪਾਸੇ ਅਸੀਂ ਗੱਲ ਕਰਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਬੂ ਕਰੋ ਜੀ, ਠੀਕ ਆ, ਦੂਜੇ ਪਾਸੇ ਫਿਰ ਅਸੀਂ ਕਾਮ ਨੂੰ ਪ੍ਰੋਟੈਕਟ ਵੀ ਕਰ ਰਹੇ ਆ ਜੀ, ਲੀਗਲ ਲਾਇਸੈਂਸ ਦੇ ਕੇ। ਬਿਲਕੁਲ। ਉਹਦੇ ਨਾਲ ਉਹ ਇਹੀ ਪੱਕਾ ਕਿਉਂ ਨਹੀਂ ਕਰਦੇ ਹੈਗੇ ਕਿ ਜੇ ਕੋਈ ਨਹੀਂ ਕਰਨਾ, ਦੇਖੋ ਮੈਂ ਮੰਨਦੀ ਹਾਂ ਸਾਈਕੋਲੋਜੀ ਤੇ ਸਾਰੀਆਂ ਚੀਜ਼ਾਂ ਦੀ ਨੀਡ ਸਮਝਦੀ ਹਾਂ ਮੈਂ, ਹੈਨਾ, ਪਰ ਜੇ ਕੋਈ ਨਹੀਂ ਜਾਣਾ ਚਾਹੁੰਦਾ, ਜੇ ਕੋਈ ਗੱਲ ਹੀ ਨਹੀਂ ਹੈ ਕਿ ਨਹੀਂ ਕਰਨਾ ਚਾਹੁੰਦਾ, ਵਿਆਹ ਦੇ ਲਈ ਇੱਕ ਕੰਫਰਟ ਜ਼ੋਨ ਹੋਣਾ ਬਹੁਤ ਜ਼ਰੂਰੀ ਆ ਜੀ। ਵਿਆਹ ਦੇ ਵਿੱਚ ਕੀ ਹੁੰਦਾ ਆ, ਵਿਆਹ ਦੋ ਪਰਿਵਾਰਾਂ ਦਾ ਮੇਲ ਵੀ ਹੁੰਦਾ ਹੈ ਕਿਉਂਕਿ ਪਰਿਵਾਰ ਮਿਲਦੇ ਨੇ ਜੀ, ਠੀਕ। ਦੂਜੀ ਗੱਲ ਆ, ਵਿਆਹ ਰੂਹਾਂ ਦਾ ਮੇਲ ਹੋਣਾ ਚਾਹੀਦਾ, ਜਿਸਮਾਂ ਦਾ ਮੇਲ ਨਹੀਂ ਹੋਣਾ ਚਾਹੀਦਾ ਜੀ। ਪਰ ਸਾਡੇ ਸਮਾਜ ਦੇ ਵਿੱਚ ਪਿਆਰ ਆ ਨਾ ਜਿਹੜਾ, ਵਿਆਹ ਆ ਨਾ ਜਿਹੜਾ, ਇਹ ਸਿਰਫ ਜਿਸਮਾਂ ਦਾ ਮੇਲ ਆ ਜੀ। ਉੱਥੇ ਜਿਸਮ ਤਾਂ ਮਿਲ ਜਾਂਦੇ ਹਸਬੈਂਡ ਵਾਈਫ ਦੇ, ਠੀਕ ਆ, ਜੀ। ਪਰ ਉਹਨਾਂ ਦੀ ਰੂਹ ਬਹੁਤ ਘੱਟ ਮਿਲਦੀ ਆ। ਰੂਹ ਘੱਟ ਮਿਲਣ ਕਰਕੇ ਕੀ ਹੁੰਦੇ, ਡਾਈਵੋਰਸ ਹੁੰਦੇ ਨੇ ਜੀ, ਇੱਕ ਦੂਜੇ ਨਾਲ ਅਟੈਚ ਹੀ ਨਹੀਂ ਹੋ ਪਾਉਂਦੇ। ਫਿਰ ਜੇ ਮੈਂ ਕਹਿਦਾ ਕਿ ਕੱਲੀ ਕੁੜੀ ਉਸ ਚੀਜ਼ ਨੂੰ ਫੇਸ ਕਰਦੀ ਆ, ਨਹੀਂ, ਮੁੰਡਾ ਵੀ ਫੇਸ ਕਰਦਾ ਆ ਜੀ, ਫੇਸ ਦੋਨੋਂ ਕਰਦੇ ਆ, ਪਰਿਵਾਰ ਵੀ ਉਸ ਚੀਜ਼ ਦਾ ਦਰਦ ਹੰਢਾਉਂਦੇ ਆ, ਠੀਕ ਆ। ਪਰ ਗੱਲ ਇਹ ਆ ਕਿ ਇਹ ਸੋਚਦੇ ਆ ਕਿ ਦੇਖੋ ਜਿਹੜੀਆਂ ਕੁੜੀਆਂ ਕੈਪੇਬਲ ਇਨਫ ਨੇ ਕਿ ਉਹ ਇੰਡੀਪੈਂਡੈਂਟ ਰਹਿ ਸਕਦੀਆਂ ਨੇ, ਜੀ, ਠੀਕ ਆ, ਜੇ ਸਾਥੀ ਮਿਲ ਜੇ ਬਰਾਬਰ ਦਾ ਮੋਸਟ ਵੈਲਕਮ ਆ, ਕਿਉਂਕਿ ਮੈਂਟਲ ਨੀਡ ਹੁੰਦੀ ਆ। ਬੁਢਾਪੇ 'ਚ ਜਾ ਕੇ ਤੁਹਾਨੂੰ ਇੱਕ ਦੂਜੇ ਦਾ ਇੱਕ ਸਾਥੀ ਹੋਊਗਾ, ਪਰ ਕੀ ਗਾਰੰਟੀ ਆ ਜੀ ਕਿ ਬੁਢਾਪੇ ਤੱਕ ਇਕੱਠੇ ਰਹੋਗੇ ਜੀ, ਬਿਲਕੁਲ, ਠੀਕ ਆ। ਜਿਸ ਚੀਜ਼ ਦੀ ਕੋਈ ਗਾਰੰਟੀ ਨਹੀਂ, ਉਸ ਚੱਕਰ ਦੇ ਵਿੱਚ ਇੱਕ ਜਿਹੜੀ ਚੰਗੀ ਲਾਈਫ ਜੀ ਰਹੀ ਆ ਉਹਨੂੰ ਕਿਉਂ ਖਰਾਬ ਕਰਨਾ ਜੀ। ਇੱਕ ਚੰਗੇ ਪਾਸੇ, ਜਿਵੇਂ ਮੈਂ ਆਪਣੀ ਐਗਜ਼ਾਮਪਲ ਦੇ ਲਾਂ, ਮੇਰੇ ਘਰਦਿਆਂ ਨੂੰ ਆ ਕੇ ਕਹਿਣਗੇ ਤੁਸੀਂ ਕੁੜੀ ਦਾ ਵਿਆਹ ਨਹੀਂ ਕਰਦੇ, ਤੁਸੀਂ ਪਹਿਲਾਂ ਕੁੜੀ ਨੂੰ ਪੁੱਛ ਲਓ ਕੁੜੀ ਕਰਾ ਰਹੀ ਆ ਤੇ ਵਿਆਹ ਹੀ ਕਿਉਂ ਜ਼ਰੂਰੀ ਆ। ਬਿਲਕੁਲ। ਮੈਂ ਆਪਣੇ ਆਪ ਨੂੰ ਮੈਂ ਕਹਿੰਦੀ ਹੁੰਦੀ ਆ ਕਿ ਮੁਕੰਮਲ ਹਾਂ ਆਪਣੇ ਆਪ ਦੇ ਵਿੱਚ ਇਹੀ ਤਾਰੀਫ ਤੇ ਤਕਲੀਫ ਹੈ ਦੁਨੀਆ ਦੀ, ਜੀ, ਠੀਕ ਆ। ਤਕਲੀਫ ਵੀ ਇਹੀ ਆ ਵੀ ਇਹ ਇਕੱਲੀ ਆਪਣੇ ਆਪ 'ਚ ਕੈਪੇਬਲ ਕਿਉਂ ਆ, ਬਿਲਕੁਲ। ਤਾਰੀਫ ਵੀ ਇਹੀ ਆ, ਵਾਹ ਕੁੜੀ ਸਾਰੇ ਕੰਮ ਕਰ ਲੈਂਦੀ ਆ, ਸਹੀ ਗੱਲ ਹੈ। ਠੀਕ ਆ। ਤੇ ਇਹ ਜਿਹੜੀ ਚੀਜ਼ ਆ ਨਾ, ਜਦ ਤੱਕ ਆਹ ਚੀਜ਼ ਆ ਲੋਕ ਕੀ ਕਹਿਣਗੇ, ਜੀ, ਇਹ ਸਾਡਾ ਇੰਡੀਵਿਜੂਅਲ ਫੈਸਲਾ ਹੋਣਾ ਚਾਹੀਦਾ ਕਿ ਅਸੀਂ ਕਿਸੇ ਦੇ ਨਾਲ ਐਡਜਸਟ ਕਰ ਪਾਵਾਂਗੇ ਜੀ, ਜਾਂ ਕਿ ਉਹ ਬੰਦਾ ਸਾਡੀ ਰੂਹ ਨੂੰ ਮੈਚ ਕਰ ਜੂਗਾ, ਜੀ, ਕਿਉਂਕਿ ਜਿਸਮਾਂ ਦਾ ਸੌਦਾ ਇੱਕ ਇੰਡੀਪੈਂਡੈਂਟ ਕੁੜੀ ਨੂੰ ਮਨਜ਼ੂਰ ਨਹੀਂ ਹੁੰਦਾ। ਜੀ, ਜਦੋਂ ਕੁੜੀ ਸਿੱਖ ਜਾਂਦੀ ਆ, ਜੇ ਮੇਰੇ ਵਰਗੀ ਕੁੜੀ, ਠੀਕ ਆ, ਉਹਨੂੰ ਜਿਸਮਾਂ ਦਾ ਸੌਦਾ ਮਨਜ਼ੂਰ ਨਹੀਂਗਾ, ਉਹ ਜੀ। ਉੱਥੇ ਜਾਊਗੀ ਜਿੱਥੇ ਉਹਦੀ ਰੂਹ ਕਹੂਗੀ, ਜੀ, ਬਿਲਕੁਲ, ਠੀਕ ਆ। ਤੇ ਜੇ ਰੂਹ ਅਲਾਉ ਕਰਦੀ ਆ ਵਿਆਹ ਹੋ ਜਾਊਗਾ, ਜੇ ਰੂਹ ਨਹੀਂ ਮੰਨਦੀ ਹੈਗੀ ਤਾਂ ਮੈਂ ਸਿਰਫ ਇੱਕ ਸਮਾਜ ਨੂੰ ਖੁਸ਼ ਕਰਨ ਲਈ ਮੈਂ ਵਿਆਹ ਨਹੀਂ ਕਰਾ ਸਕਦੀ, ਕਿਉਂਕਿ ਵਿਆਹ ਤੇ ਰਿਸ਼ਤਾ ਖੁਸ਼ੀ ਦੇਣ ਲਈ ਹੁੰਦਾ ਆ। ਜੀ, ਬਿਲਕੁਲ। ਸੋ ਉਹੀ ਚੀਜ਼ ਉਹਨਾਂ ਕੁੜੀਆਂ ਲਈ ਹੈ। ਜੇ ਕੁੜੀਆਂ ਨਹੀਂ, ਮੁੰਡੇ ਵੀ ਨਹੀਂ ਕਰਾਉਣਾ ਚਾਹੁੰਦੇ, ਮੁੰਡਿਆਂ ਦੇ ਵੀ ਅੱਡ ਰੀਜ਼ਨ ਨੇ, ਕਿਉਂਕਿ ਕਲੇਸ਼ ਹੁੰਦੇ ਨੇ, ਬਿਲਕੁਲ, ਲੜਾਈ ਝਗੜੇ ਤੋਂ ਡਰਦਾ ਅੱਜ ਕੱਲ ਮੈਂ ਲੋਕਾਂ ਦੇ ਕੇਸ ਦੇਖ ਕੇ ਮੇਰਾ ਦਿਲ ਨਹੀਂ ਕਰਦਾ। ਦੂਜੀ ਗੱਲ, ਸ਼ਾਇਦ ਮੇਰਾ ਦਿਲ ਕਰ ਜੇ ਮੈਨੂੰ ਮੇਰੇ ਵਰਗਾ ਕੋਈ ਸਾਥੀ ਮਿਲ ਜੇ। ਜੀ, ਬਿਲਕੁਲ। ਉਹੋ ਜਿਹਾ ਸਾਥੀ ਮਿਲਣ ਦੀ ਵੀ ਤਾਂ ਗੱਲ ਹੁੰਦੀ ਹੈ ਨਾ, ਉਹ ਜਿਹਾ ਮਾਈਂਡਸੈਟ ਮਿਲਣ ਦੀ ਗੱਲ ਹੁੰਦੀ ਆ। ਜੀ। ਸੋ ਮਾਈਂਡਸੈਟ ਮਿਲਣਾ ਬਹੁਤ ਜ਼ਰੂਰੀ ਆ। ਕਈ ਵਾਰ ਤੁਹਾਡਾ ਕਿਸੇ ਨਾਲ ਰੂਹ ਮਿਲ ਜਾਂਦੀ ਆ, ਤੁਹਾਡਾ ਦਿਲ ਨਹੀਂ ਹੁੰਦਾ ਵੀ ਉਹਦੇ ਨਾਲ ਜਿਸਮਾਂ ਦੀ ਸਾਂਝ ਹੋਵੇ, ਜੀ, ਠੀਕ ਆ। ਜੇ ਜਿਸਮਾਂ ਦੀ ਸਾਂਝ ਨਹੀਂ ਹੈਗੀ ਤੇ ਰੂਹ ਦਾ ਰਿਸ਼ਤਾ ਤਾਂ ਦੋਸਤੀ 'ਚ ਵੀ ਨਿਕਲ ਹੀ ਜਾਂਦਾ ਆ। ਬਿਲਕੁਲ। ਤੇ ਹਰ ਮੁੰਡੇ ਕੁੜੀ ਦਾ ਰਿਸ਼ਤਾ ਗਲਤ ਹੋਊਗਾ ਜ਼ਰੂਰੀ ਨਹੀਂਗਾ। ਜੀ, ਬਿਲਕੁਲ। ਇਹ ਚੀਜ਼ ਬੜੀ ਗਲਤ ਆ, ਮਾਈਂਡਸੈਟ ਆ। ਜੀ। ਸੋ ਇਹ ਚੀਜ਼ ਤੋਂ ਬਚਣਾ ਜ਼ਰੂਰੀ ਆ, ਇਹ ਸਮਝਣਾ ਜ਼ਰੂਰੀ ਆ। ਅੱਜ ਸਾਨੂੰ ਸਾਈਕੋਲੋਜੀ ਸਮਝਣੀ ਪਊਗੀ। ਜੀ, ਬਿਲਕੁਲ। ਜੇਕਰ ਅਸੀਂ ਅੱਜ ਦੇ ਸਮਾਜ ਦੀ ਗੱਲ ਕਰੀਏ ਸਿਮਰਨਜੀਤ ਕੌਰ, ਜੇਕਰ ਕੋਈ ਕੁੜੀ ਮੁੰਡਾ ਚਾਹੇ ਉਹ ਚੰਗੇ ਦੋਸਤ ਵੀ ਹੋਣ, ਉਹ ਕਿਤੇ ਜਾ ਰਹੇ ਹੈਗੇ, ਸਾਡਾ ਸਮਾਜ ਸੋਚਦਾ ਕਿ ਨਹੀਂ ਇਹ ਗਲਤ ਹੋਣਗੇ ਇੱਕ ਦੂਸਰੇ ਦੇ ਨਾਲ, ਅਜਿਹੀ ਸੋਚ ਸਾਡੇ ਸਮਾਜ ਨੂੰ ਕਿਸ ਪਾਸੇ ਲੈ ਕੇ ਜਾ ਰਹੀ ਹੈ? ਦੇਖੋ ਹੁਣ ਮੈਂ ਤੁਹਾਨੂੰ ਕੀ ਗੱਲ ਬੋਲਾਂ, ਇੱਥੇ ਨਾ ਰਿਸ਼ਤਿਆਂ ਦਾ ਇਸ ਕਦਰ ਘਾਣ ਹੋ ਗਿਆ। ਤੁਹਾਡੇ ਮੂੰਹ ਤੇ ਤੁਹਾਨੂੰ ਭੈਣ ਕਹਿਣ ਵਾਲੇ, ਜੀ, ਤੁਹਾਡੀ ਬੈਕ ਦੇ ਉੱਤੇ ਜਾ ਕੇ ਹੋ ਸਕਦਾ ਕਿਸੇ ਨੂੰ ਤੁਹਾਨੂੰ ਗਰਲਫ੍ਰੈਂਡ ਬਣਾ ਕੇ ਦੱਸ ਦੇਣ। ਜੀ। ਤੁਹਾਡੇ ਮੂੰਹ ਤੇ ਤੁਹਾਨੂੰ ਭੈਣ ਕਹਿਣ ਵਾਲੇ ਲੋਕ ਲਿਟਰਲੀ
ਤੁਹਾਡੇ ਨਾਲ ਫੇਸਬੁੱਕ ਦੇ ਉੱਤੇ ਕਹਿ ਲਓ ਜਾਂ ਕਿਤੇ ਵੀ ਸ਼ਾਇਦ ਕਿਤੇ ਮਿਲੇ ਨਹੀਂ ਗਏ, ਚਾਹ ਕੇ ਕਿਸੇ ਨੇ ਫੋਟੋ ਖਿਚਾ ਲਈ ਜਾਂ ਕੁਝ ਵੀ ਆ, ਲੈ ਦੇਖ ਮੈਂ ਉਹਨੂੰ ਮਿਲਿਆ ਸੀਗਾ, ਮੇਰੀ ਸਹੇਲੀ ਆ, ਜੀ ਮੇਰੀ ਤੇਰੇ ਨਾਲ ਗੱਲ ਬਹੁਤ ਹੁੰਦੀ ਆ, ਸਹੇਲੀ ਆ, ਇਹ ਮਾਈਂਡ ਸੈਟ ਮਾੜਾ ਆ। ਜੀ ਠੀਕ ਆ, ਇਹ ਸਾਰੀਆਂ ਚੀਜ਼ਾਂ ਸਮਾਜ ਨੂੰ ਪਤਨ ਵੱਲ ਲੈ ਕੇ ਜਾ ਰਹੀਆਂ ਨੇ, ਬਿਲਕੁਲ, ਕਿਉਂਕਿ ਸਾਡੀਆਂ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ। ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਇਹਨੇ ਕਦੇ ਵੀ ਇਹ ਨਹੀਂ ਗੱਲ ਕਹੀ ਹੈਗੀ ਕਿ ਤੁਸੀਂ ਔਰਤ ਬੋਲ ਨਹੀਂ ਸਕਦੀ। ਜੀ ਸਾਡੀ ਗੁਰਬਾਣੀ, ਸਾਡਾ ਸੱਭਿਆਚਾਰ ਸਾਨੂੰ ਹੱਕ ਦਿੰਦਾ ਆ ਕਿ ਅਸੀਂ ਗਲਤ ਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਜੀ ਤਾਂ ਸਾਡੇ ਗੁਰੂ ਸਾਹਿਬ ਕਹਿੰਦੇ ਆ ਜ਼ੁਲਮ ਦੇ ਖਿਲਾਫ ਬੋਲਣਾ ਚਾਹੀਦਾ। ਬਿਲਕੁਲ, ਠੀਕ ਆ, ਫਿਰ ਉਹ ਔਰਤ ਬੋਲੇ ਜਾਂ ਮਰਦ ਬੋਲੇ, ਉਸ ਚੀਜ਼ ਦਾ ਡਿਫਰੈਂਸਸ ਕਿਉਂ ਆ? ਜੀ ਠੀਕ ਆ, ਉਹ ਹੋਣਾ ਨਹੀਂ ਚਾਹੀਦਾ। ਠੀਕ ਆ, ਤੇ ਜਦ ਤੱਕ ਸਮਾਜ ਇਹਨਾਂ ਚੀਜ਼ਾਂ ਨੂੰ ਨਹੀਂ ਸਮਝੂਗਾ, ਜਦ ਤੱਕ ਸਮਾਜ ਇਹ ਗੱਲ ਸੋਚ ਕੇ ਨਹੀਂ ਚੱਲੂਗਾ, ਉਹਨੇ ਦਰ ਕੁਝ ਨਹੀਂ ਹੋਣਾ। ਤੇ ਮਾਪਿਆਂ ਨੂੰ ਚਾਹੀਦਾ ਕਿ ਉਹ ਆਪਣੀਆਂ ਧੀਆਂ ਨੂੰ ਸਪੋਰਟ ਕਰਨ ਇਹਨਾਂ ਚੀਜ਼ਾਂ 'ਚ। ਜੀ ਮਾਪੇ ਕੀ ਕਰਦੇ ਆ, ਕੁੜੀ ਦੇ ਵਿਆਹ ਦੇ ਉੱਤੇ ਲੱਖਾਂ ਰੁਪਏ ਖਰਚ ਦੇਣਗੇ, ਜੀ ਪਰ ਉਹ ਕੁੜੀ ਨੂੰ ਇੰਡੀਪੈਂਡੈਂਟ ਬਣਾਉਣ ਦੇ ਪੈਸੇ ਨਹੀਂ ਖਰਚਦੇ। ਜੀ ਜਦੋਂ ਵਿਆਹ ਤੇ ਲੱਖਾਂ ਰੁਪਏ ਖਰਚੇ ਹੁੰਦੇ, ਫਿਰ ਡਿਵੋਰਸ ਹੁੰਦਾ ਹੈ, ਫਿਰ ਕੁੜੀ ਤੰਗ ਹੁੰਦੀ ਆ, ਫਿਰ ਖਰਚੇ ਪਾਉਣਗੇ। ਜੀ ਉਹਦੇ ਨਾਲੋਂ ਚੰਗੀ ਗੱਲ ਆ ਪਹਿਲਾਂ ਹੀ ਕੁੜੀ ਨੂੰ ਇੰਡੀਪੈਂਡੈਂਟ ਬਣਾ ਦਿਓ, ਕੁੜੀ ਆਪਣੇ ਪੈਰਾਂ ਤੇ ਖੜੀ ਹੋਵੇ। ਠੀਕ ਆ, ਵਿਆਹ ਤੇ ਖਰਚਾ ਕਰਨ ਦੀ ਲੋੜ ਕੀ ਆ? ਜੀ ਕਹਿੰਦੇ ਕੁੜੀ ਦਾ ਘਰ ਬਣਾਉਣਾ, ਕੁੜੀ ਦਾ ਘਰ ਬਣਾ ਦਿਓ। ਜੀ ਮੇਰੇ ਮਾਪੇ ਮੇਰਾ ਘਰ ਬਣਾ ਕੇ ਦੇ ਆ, ਠੀਕ ਆ, ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਘਰ ਬਣਾ। ਜੀ ਠੀਕ ਆ, ਵਿਆਹ ਦਾ ਕੀ ਪਤਾ? ਬਿਲਕੁਲ ਸਹੀ ਗੱਲ ਹੈ, ਉਹਦੇ ਕੋਲ ਰਹਿਣ ਬਸੇਰਾ ਹੋਣਾ ਚਾਹੀਦਾ ਜਿੱਥੇ ਕੁੜੀ ਜਾ ਕੇ ਰਹਿ ਸਕੇ। ਬਿਲਕੁਲ, ਅਸੀਂ ਪੈਸਾ ਲਗਾ ਦਿੰਦੇ ਹਾਂ, ਲੋਕ ਖਾ ਜਾਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਵਿੱਚੋਂ ਹੀ ਬਹੁਤੇ ਲੋਕ ਕਹਿੰਦੇ ਕਿ ਇਹਨਾਂ ਨੇ ਵਿਆਹ ਦੇ ਉੱਤੇ ਇਹ ਚੀਜ਼ ਵਧੀਆ ਕੀਤੀ, ਇਹ ਚੀਜ਼ ਮਾੜੀ ਕੀਤੀ। ਜਿਸ ਸਮਾਜ ਦੇ ਲਈ ਅਸੀਂ ਕੰਮ ਕਰਦੇ ਹਾਂ, ਉਹੀ ਸਮਾਜ ਸਾਨੂੰ ਫਿਰ ਵੀ ਕਿਤੇ ਨਾ ਕਿਤੇ ਨਿੰਦ ਜਾਂਦਾ ਆ। ਸੋ ਅਸੀਂ ਕਿਵੇਂ ਜਿਹੜਾ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਸਕਦੇ ਹਾਂ? ਸਾਨੂੰ ਪਰਿਵਾਰਾਂ ਨੂੰ ਇਹਨਾਂ ਚੀਜ਼ਾਂ ਚੋਂ ਕਿਵੇਂ ਕੱਢਿਆ ਜਾ ਸਕਦਾ? ਪਰਿਵਾਰਾਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਪਊਗਾ। ਜੀ, ਹੁਣ ਉਹਨਾਂ ਨੂੰ ਜਾ ਕੇ ਤਾਂ ਕੋਈ ਸਮਝਾ ਨਹੀਂ ਸਕਦਾ। ਬਿਲਕੁਲ, ਠੀਕ ਆ, ਇਹ ਗੱਲਾਂ ਤਾਂ ਆਪਣੇ ਆਪ ਹੀ ਉਹਨਾਂ ਨੂੰ ਸਮਝਣੀਆਂ ਪੈਣਗੀਆਂ ਕਿ ਕੀ ਸਹੀ ਆ ਕੀ ਗਲਤ ਆ। ਜੀ, ਠੀਕ ਆ, ਉਹਨਾਂ ਨੂੰ ਇਹ ਚੀਜ਼ ਸੋਚਣੀ ਪਊਗੀ ਕਿ ਜੇ ਕੁੜੀ ਦਾ ਪਹਿਰਾਵਾ ਹੈਗਾ ਆ, ਮੰਨ ਲਓ ਮੈਂ ਵੀ ਮਾਡਰਨ ਕੱਪੜੇ ਪਾਏ ਆ, ਜੀਨ ਟੀ-ਸ਼ਰਟ ਪਾਈ ਆ, ਹੈਨਾ, ਤੇ ਮੇਰਾ ਪਹਿਰਾਵਾ ਡਿਸਾਈਡ ਨਹੀਂ ਕਰੂਗਾ ਕਿ ਮੇਰਾ ਕਿਰਦਾਰ ਕਿਹੋ ਜਿਹਾ ਆ। ਜੀ ਬਿਲਕੁਲ, ਮੇਰੀ ਸੋਚ ਡਿਸਾਈਡ ਕਰੂਗੀ ਕਿ ਮੇਰਾ ਕਿਰਦਾਰ ਕਿਹੋ ਜਿਹਾ ਆ। ਜੀ, ਮੇਰੇ ਵਿਚਾਰ ਡਿਸਾਈਡ ਕਰਨਗੇ। ਜੀ, ਜਦੋਂ ਅਸੀਂ ਪਹਿਰਾਵੇ ਤੋਂ ਜੱਜ ਕਰਨਾ ਸ਼ੁਰੂ ਕਰ ਦਾਂਗੇ ਨਾ, ਕਰਦੇ ਆ, ਉਹ ਗਲਤ ਆ। ਜੀ, ਬਲਕਿ ਸੂਰਤ ਦੀ ਨਹੀਂ ਗੱਲ, ਸੀਰਤ ਦੀ ਆ ਗੱਲ। ਤੁਸੀਂ ਗੁਣ ਦੇਖੋ। ਜੀ, ਤੁਸੀਂ ਇਹ ਦੇਖ ਰਹੇ ਹੋ ਕਿ ਕੁੜੀ ਅੱਛਾ, ਇਹ ਚੀਜ਼ਾਂ ਵੀ ਹੁੰਦੀਆਂ ਨੇ, ਕੁੜੀਆਂ ਨੂੰ ਮਾਪੇ ਕਿਉਂ ਨਹੀਂ ਇਸ ਚੀਜ਼ ਦੇ ਵਿੱਚ ਅੱਗੇ ਕਰ ਪਾਉਂਦੇ ਹੈਗੇ? ਕਿਉਂਕਿ ਜਦੋਂ ਮਾਪੇ ਧੀਆਂ ਨੂੰ ਇਹਨਾਂ ਚੀਜ਼ਾਂ ਵੱਲ ਨੂੰ ਅੱਗੇ ਵਧਾਉਂਦੇ ਨੇ, ਮੰਨ ਲਓ ਕਿਸੇ ਧੀ ਨੂੰ ਹੌਸਲਾ ਦੇ ਕੇ ਕਹਿੰਦੇ ਆ ਕਿ ਤੂੰ ਬੇਬਾਕ ਹੋ ਕੇ ਬੋਲ, ਤੂੰ ਮਤਲਬ ਕੰਮ ਕਰ। ਜੀ, ਪਰਿਵਾਰ ਜਦੋਂ ਸਪੋਰਟ ਕਰਦਾ ਹੈ, ਜੀ, ਜਦੋਂ ਪਰਿਵਾਰ ਸਪੋਰਟ ਕਰਦਾ, ਉਹ ਸਮਾਜ ਪਤਾ ਕਹਿੰਦਾ ਇਹਦਾ ਫਾਦਰ ਆ ਨਾ ਪਾਗਲ ਹੋ ਗਿਆ। ਜੀ, ਦੱਸ ਵੀ ਆਪਦੀ ਕੁੜੀ ਨੂੰ ਤੂੰ ਘਰ ਦੇ ਵਿੱਚ ਰਹਿਣਾ ਸਿਖਾ, ਤੂੰ ਕਿਹੜੀਆਂ ਗੱਲਾਂ ਸਿਖਾ ਰਿਹਾ? ਜੀ, ਤੇ ਇਹਨਾਂ ਨੂੰ ਪੁੱਛਣਾ ਨਾ ਹੋਵੇ, ਜੇ ਕੁੜੀ ਫੀਲਡ 'ਚ ਜਾ ਕੇ ਕੰਮ ਕਰਦੀ ਹੈ ਕਿ ਉਹਨੂੰ ਰੋਟੀ ਪਕਾਉਣੀ ਨਹੀਂ ਆਉਂਦੀ? ਰੋਟੀ ਤਾਂ ਅੱਜਕੱਲ ਮੁੰਡਿਆਂ ਨੂੰ ਵੀ ਆਉਂਦੀ ਆ, ਤੇ ਰੋਟੀ ਪਕਾਉਣਾ ਹੀ ਇਕੱਲੀ ਕੁੜੀ ਦਾ ਕੰਮ ਕਿਉਂ ਆ? ਕਿਹਨੇ ਡਿਸਾਈਡ ਕੀਤਾ? ਜੀ, ਇਹ ਕਦੋਂ ਡਿਸਾਈਡ ਕੀਤਾ? ਜੀ, ਇਹ ਕਿਹੜੇ ਸਾਡੇ ਧਾਰਮਿਕ ਗ੍ਰੰਥ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਔਰਤ ਘਰ ਦੇ ਵਿੱਚ ਰੋਟੀ ਪਕਾਊਗੀ ਤੇ ਮਰਦ ਬਾਹਰ ਰੋਟੀ ਕਮਾ ਕੇ ਲੈ ਕੇ ਆਊਗਾ? ਜੀ, ਇਹ ਕਿੱਥੇ ਲਿਖਿਆ ਆ? ਜੀ, ਅਸੀਂ ਧਾਰਮਿਕ ਬਣਦੇ ਆ, ਸਾਡੇ ਕਿਸੇ ਗ੍ਰੰਥ 'ਚ ਇਹ ਗੱਲ ਨਹੀਂ ਲਿਖੀ। ਇਹ ਮਰਦ ਪ੍ਰਧਾਨ ਸਮਾਜ ਨੇ ਬਣਾਈਆਂ ਹੋਈਆਂ ਗੱਲਾਂ ਨੇ। ਜੀ, ਠੀਕ ਆ, ਤਾਂ ਕਿ ਔਰਤ ਆ ਜਿਹੜੀ ਕਾਬੂ 'ਚ ਰਵੇ। ਜੀ, ਜਦੋਂ ਕੋਈ ਔਰਤ ਜਿਹੜੀ ਹੈ ਆਪਣੀ ਮਰਜ਼ੀ ਦੇ ਨਾਲ ਜ਼ਿੰਦਗੀ ਜਿਉਣ ਲੱਗਦੀ ਹੈ, ਕਿਤੇ ਨਾ ਕਿਤੇ ਉਸਦਾ ਪਰਿਵਾਰ ਵੀ ਉਸ ਨੂੰ ਰੋਕਦਾ ਆ, ਸਮਾਜ ਵੀ ਰੋਕਦਾ ਆ। ਕੀ ਤੁਹਾਡੇ ਨਾਲ ਅਜਿਹੇ ਅਨੁਭਵ ਹੋਏ ਆ ਕਿ ਨਹੀਂ? ਸਭ ਰੋਕਦੇ ਆ। ਮੈਨੂੰ ਸਭ ਤੋਂ ਜ਼ਿਆਦਾ ਖਿੱਚ ਪਤਾ ਕੀ ਹੁੰਦੀ ਆ? ਜਦੋਂ ਲੋਕ ਤੁਹਾਡੀ ਸੂਰਤ ਦੀ ਤਾਰੀਫ ਕਰਦੇ ਆ। ਜੀ, ਸੂਰਤ ਕਦੇ ਨਹੀਂ ਰਹਿਣੀ, ਬਿਲਕੁਲ, ਤੁਹਾਡੀ ਸੀਰਤ ਤੇ ਤੁਹਾਡੇ ਗੁਣ ਰਹਿਣੇ ਨੇ। ਜੀ, ਠੀਕ ਆ, ਰੋਕਦੇ ਆ। ਮੈਂ ਹੁਣ ਕੀ ਦੱਸਾਂ, ਜਦੋਂ ਜਿਵੇਂ ਮੈਂ ਮੰਨ ਲਓ ਜਸਟ ਸਪੋਜ਼ ਹੈ ਨਾ, ਮੈਂ ਕਿਸੇ ਚੀਜ਼ ਦੇ ਉੱਤੇ ਆ ਕੇ ਲਾਈਵ ਬੋਲਦੀ ਆ। ਜੀ, ਠੀਕ ਆ, ਘਟੀਆ ਮੈਂਟੈਲਿਟੀ ਦੇ ਆ ਗਈ ਫਿਰ ਬੋਲਣ, ਇਹ ਤਾਂ ਚਵਲ ਆ। ਠੀਕ ਆ, ਕੁੜੀ ਰਾਤ ਨੂੰ ਵੀ ਤੁਰੀ ਫਿਰਦੀ ਹੈ ਤਾਂ ਗਸ਼ਤੀ ਹੋਣੀ ਆ। ਕਿੱਡੇ ਘਟੀਆ ਅਤੇ ਭੱਦੇ ਸ਼ਬਦ ਨੇ ਜਿਹੜੇ ਆਮ ਹੀ ਕਿਸੇ ਕੁੜੀ ਨੂੰ ਡਿਫਾਈਨ ਕਰਨ ਲਈ ਇਹ ਲੋਕ ਬੋਲ ਦਿੰਦੇ ਨੇ। ਜੀ, ਇਹ ਮਾਈਂਡ ਸੈਟ ਆ। ਤੇ ਇਹਨਾਂ ਚੀਜ਼ਾਂ, ਜੇ ਕੁੜੀ ਨੇ ਵਾਕਈ ਅੱਗੇ ਵਧਣਾ ਆ, ਉਹਨੂੰ ਇਹ ਚੀਜ਼ ਸੋਚਣੀ ਪਊਗੀ ਕਿ ਮੈਨੂੰ ਇਹ ਸਾਰੇ ਤਰ੍ਹਾਂ ਦੇ ਚਿੱਕੜ ਆ ਨਾ ਜਿਹੜੇ ਆਪਦੇ ਤੇ ਬਰਦਾਸ਼ਤ ਕਰਨੇ ਪੈਣਗੇ। ਜੀ, ਮੈਨੂੰ ਬਹੁਤ ਲੋਕ ਗਲਤ ਵੀ ਬੋਲਣਗੇ, ਮੈਨੂੰ ਬਹੁਤ ਲੋਕ ਫਸਾਉਣ ਦੀ ਵੀ ਕੋਸ਼ਿਸ਼ ਕਰਨਗੇ, ਮੈਨੂੰ ਗਲਤ ਤਰੀਕੇ ਨਾਲ ਤੰਗ ਕੀਤਾ ਜਾਊਗਾ, ਮੇਰੀਆਂ ਲੱਤਾਂ ਖਿੱਚੀਆਂ ਜਾਣਗੀਆਂ, ਮੈਨੂੰ ਬਦਨਾਮ ਕੀਤਾ ਜਾਊਗਾ, ਮੈਨੂੰ ਮਜਬੂਰ ਕੀਤਾ ਜਾਊਗਾ। ਜੀ, ਪਰ ਡਿਸਾਈਡ ਮੈਂ ਕਰਨਾ ਕਿ ਮੈਂ ਕਰਨਾ ਕੀ ਆ। ਜੀ, ਬਤੌਰ ਔਰਤ ਤੁਸੀਂ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਹੋਏ ਹੋ, ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ? ਬਹੁਤ ਨੇ। ਪਹਿਲਾਂ ਤਾਂ
ਮਤਲਬ ਇਹੀ ਬੋਲਿਆ ਜਾਂਦਾ ਕਿ ਇਹ ਤੇਰਾ ਕੰਮ ਨਹੀਂਗਾ, ਜੀ ਤੇਰਾ ਕੰਮ ਆ ਪੜ੍ਹਾਈ ਕਰ, ਵਿਆਹ ਕਰਾ, ਘਰ ਵਸਾ, ਬੱਚੇ ਪੈਦਾ ਕਰ, ਬੱਚੇ ਪਾਲ। ਜੀ ਮੈਂ ਨਹੀਂ ਕਹਿੰਦੀ, ਦੇਖੋ ਔਰਤ ਕਦੇ ਵੀ ਕੰਪਲੇਂਟ ਨਹੀਂ ਹੁੰਦੀ ਜਦ ਤੱਕ ਉਹ ਮਾਂ ਨਾ ਬਣੇ, ਜੀ ਠੀਕ ਆ। ਬੱਚੇ ਪਾਲਣਾ, ਘਰ ਵਸਾਉਣਾ, ਠੀਕ ਆ, ਇਹ ਵੀ ਜਿਹਦੇ ਸੁਪਨੇ ਨੇ ਉਹਨਾਂ ਲਈ ਸਹੀ ਹੈ, ਇਹ ਚੀਜ਼ ਜੀ ਕਰਨੀ ਚਾਹੀਦੀ ਹੈ। ਪਰ ਗੱਲ ਹੈ ਕਿ ਸਾਡੇ ਸੁਪਨੇ, ਸਾਡੀ ਪ੍ਰਾਇੋਰਟੀ ਕੀ ਆ। ਜੀ। ਮੇਰੀ ਪ੍ਰਾਇੋਰਟੀ ਹਮੇਸ਼ਾ ਹੀ ਰਹੀ ਆ ਕਿ ਮੈਂ ਪਤਾ ਨਹੀਂ ਕਿਉਂ ਐ ਸੋਚਦੀ ਆਈ ਆ ਕਿ ਜੇ ਮੇਰਾ ਜਨਮ ਹੋਇਆ ਤਾਂ ਕਿਸੇ ਮਕਸਦ ਲਈ ਹੋਇਆ ਆ, ਤੇ ਜੀ। ਮੈਂ ਉਹ ਮਕਸਦ ਪੂਰਾ ਕਰਨਾ ਆ। ਜੀ ਤੇ ਉਹ ਮਕਸਦ ਇਹੀ ਆ ਕਿ ਮੈਨੂੰ ਚਾਹੇ ਜਿਹੋ ਜਿਹੇ ਵੀ ਹਾਲਾਤ ਦੇਖੇ ਆ, ਮੈਂ ਬਹੁਤ ਬਲੈਸਡ ਰਹੀ ਆ ਕਿ ਬਹੁਤ ਚੀਜ਼ਾਂ ਮਤਲਬ ਮੈਨੂੰ ਕਰਨ ਦਾ ਮੌਕਾ ਮਿਲਿਆ। ਤੇ ਕਿਉਂ ਨਾ ਮੈਨੂੰ ਇਹੀ ਹੈ ਕਿ ਹੋਰ ਕੁੜੀਆਂ ਜੋ ਅੱਗੇ ਵਧਣਾ ਚਾਹੁੰਦੀਆਂ ਨੇ, ਕਿਉਂ ਨਾ ਉਹਨਾਂ ਦਾ ਸਾਥ ਦਿੱਤਾ ਜਾਵੇ, ਕਿਉਂ ਨਾ ਉਹਨਾਂ ਨੂੰ ਅੱਗੇ ਵਧਾਇਆ ਜਾ ਸਕੇ। ਜੇ ਮੇਰੀ ਕਿਸੇ ਇੱਕ ਸ਼ਬਦ ਜਾਂ ਇੱਕ ਸਪੀਚ ਕਰਕੇ ਕਿਸੇ ਇੱਕ ਦੀ ਵੀ ਜ਼ਿੰਦਗੀ ਬਦਲ ਜਾਂਦੀ ਆ ਤਾਂ ਮੇਰੇ ਲਈ ਵੱਡੀ ਗੱਲ ਆ। ਉਹ ਗੱਲ ਆਡਾ ਕਿ ਬਹੁਤ ਜਾਣਿਆਂ ਦੀ ਬਦਲੀ ਆ ਤੇ ਬਦਲ ਰਹੀ ਆ, ਸੋ ਇਹ ਚੀਜ਼ ਬਹੁਤ ਖੁਸ਼ੀ ਦਿੰਦੀ ਆ। ਜੀ ਤੇ ਚੁਣੌਤੀਆਂ ਦੇ ਵਿੱਚ ਤਾਂ ਇਹੀ ਲਾ ਲਓ ਵੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਜਾਣੇ ਬੋਲਣਗੇ ਤੂੰ ਪਾਗਲ ਆ। ਮੈਨੂੰ ਪਾਗਲ ਕਿਹਾ ਜਾਂਦਾ ਸੀ ਅਕਸਰ, ਯੂਨੀਵਰਸਿਟੀ 'ਚ ਵੀ ਪਾਗਲਾਂ ਵਾਂਗੂ ਤੁਰੀ ਫਿਰਦੀ ਆ, ਪਾਗਲਾਂ ਦੀਆਂ ਹਰਕਤਾਂ ਨੇ, ਇਹ ਉਹ। ਕੋਈ ਵੀ ਕਿਤੇ ਡਿਫਰੈਂਟ ਹੋ ਕੇ ਤੁਰਦਾ ਹੈ ਨਾ, ਉਹਨੂੰ ਪਾਗਲ ਹੀ ਦੱਸਿਆ ਜਾਂਦਾ ਹੈ ਸਮਾਜ ਵੱਲੋਂ। ਫਿਰ ਜਦੋਂ ਮੈਂ ਯੂਨੀਵਰਸਿਟੀ ਦੀ ਪੋਲਿਟਿਕਸ 'ਚ ਹੁੰਦੀ ਸੀ ਕਿ ਆਬਵੀਅਸ ਆ ਮੁੰਡਿਆਂ ਦੇ ਨਾਲ ਡੀਲਿੰਗ ਆ, ਹੈ ਨਾ, ਕਿੰਨੇ ਮੁੰਡੇ ਆ, ਕੁੜੀ ਇੱਕ ਆ, ਹੁਣ ਉਹ ਮੁੰਡਿਆਂ ਨਾਲ ਡੀਲਿੰਗ ਹੋਊਗੀ। ਫਿਰ ਇਕੱਲੇ ਇਕੱਲੇ ਮੁੰਡੇ ਦੇ ਨਾਲ ਨਾਮ ਜੋੜ ਦਿੱਤਾ ਜਾਊਗਾ, ਇਹਦੇ ਨਾਲ ਵੀ ਰਿਲੇਸ਼ਨ ਪਤਾ ਨਾਲੇ ਹੋਊਗਾ ਵੀ ਕੁੜੀ ਕਿਹੋ ਜਿਹੀ ਆ, ਕੱਲੇ ਕੱਲੇ ਨਾਲ ਰਿਲੇਸ਼ਨ ਜੋੜ ਦੋਗੇ ਚੰਗੀ ਤਰ੍ਹਾਂ ਰੱਜ ਕੇ ਉਹਦੀ ਬਦਨਾਮੀ, ਮਤਲਬ ਉਹਨੂੰ ਇਹੋ ਜਿਹੀ ਬਣਾਤਾ ਵੀ ਉਹ ਸਾਰਾ ਦਿਨ ਮੁੰਡਿਆਂ ਨਾਲ ਬੈੱਡ ਤੇ ਪਈ ਰਹਿੰਦੀ ਹੈ। ਵੀ ਜੇ ਸਾਰਾ ਦਿਨ ਬੈੱਡ ਤੇ ਪਈ ਰਹਿੰਦੀ ਫਿਰ ਉਹ ਕੰਮ ਕੀ ਕਰਦੀ ਹੋਊਗੀ? ਜੀ ਜਿਹੜੀ ਸਮਾਜ 'ਚ ਵਿਚਰਦੀ ਦੇਖਦੀ ਆ, ਕਿਆ ਬਾਤ ਹੈ, ਇੰਨੀ ਸਟਰੋਂਗ ਸੀਗੀ ਕਿ ਸਾਰੀ ਰਾਤ ਬੈੱਡ ਦੇ ਉੱਤੇ ਪੈ ਕੇ ਤੇ ਬਾਅਦ ਵਿੱਚ ਕੰਮ ਕਰਦੀ ਫਿਰਦੀ ਆ। ਜੀ ਠੀਕ, ਇਹ ਜਿਹੜੀ ਚੀਜ਼ ਆ, ਇਹ ਜਿਹੜੀ ਸਭ ਤੋਂ ਜ਼ਿਆਦਾ ਔਰਤ ਨੂੰ ਫੇਸ ਕਰਨੀ ਪੈਂਦੀ ਆ। ਫਿਰ ਨਾਲ ਰਹਿਣ ਵਾਲੇ ਜਿਹੜੇ ਨਾਲ ਵੀ ਹੁੰਦੇ ਆ ਨਾ, ਤੁਹਾਨੂੰ ਭੈਣ ਭੈਣ ਕਹਿਣ ਵਾਲੇ ਮੁੰਡੇ, ਮਤਲਬ ਇਹ ਸਾਡੇ ਇਹ ਮੁੰਡਿਆਂ ਦੀ ਸੱਚੀ ਗੱਲ ਹੈ, ਫੇਸ ਕੀਤੀਆਂ ਹੋਈਆਂ ਚੀਜ਼ਾਂ ਨੇ, ਉਹੀ ਤੁਹਾਡੇ ਬਾਰੇ ਗਲਤ ਬੋਲਣਗੇ। ਤੁਸੀਂ ਜਿਹਨੂੰ ਭਰਾ ਬੋਲੇ ਉਹਦੇ ਨਾਲ ਹੀ ਤੁਰੇ ਜਾਂਦੇ ਹੋ ਨਾ, ਉਹਦੇ ਨਾਲ ਵੀ ਤੁਹਾਡਾ ਨਾਮ ਗਲਤ ਜੋੜ ਦਿੱਤਾ ਜਾਊਗਾ। ਜੀ ਇਹ ਚੀਜ਼ਾਂ ਫੇਸ ਕੀਤੀਆਂ ਨੇ। ਫਿਰ ਉਹੀ ਵਰਜਨਿਟੀ ਪ੍ਰੂਫ ਕਰੋ, ਤੇ ਫਿਰ ਕਰੈਕਟਰ ਅਸੈਸੀਨੇਸ਼ਨ ਸਭ ਤੋਂ ਵੱਡੀ ਪ੍ਰੋਬਲਮ। ਫਿਰ ਇਹ ਚੀਜ਼ਾਂ ਪੇਰੈਂਟਸ ਨੂੰ ਵੀ ਡਿਸਟਰਬ ਕਰਦੀਆਂ ਵੀ ਅਸੀਂ ਨਹੀਂ ਸੁਣ ਸਕਦੇ। ਫਿਰ ਇੱਕ ਭਰਾ, ਮਤਲਬ ਚਾਹੇ ਉੱਦਾਂ ਭਰਾ ਬਣੇ ਹੋਣ ਜਾਂ ਆਪਣੇ ਭਰਾਵਾਂ ਦੀ ਹੁੰਦੀ ਆ, ਤੇਰੇ ਬਾਰੇ ਕੋਈ ਗਲਤ ਬੋਲਦਾ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ, ਅਸੀਂ ਕਿਵੇਂ ਸੁਣ ਲਈ, ਉਹਦੇ ਨਾਲ ਤੂੰ ਚੁੱਪ ਕਰਕੇ ਬਹਿ ਜਾ, ਤੂੰ ਕੁਛ ਨਾ ਕਰ। ਜੀ ਜੇ ਕੁੱਤੇ ਭੌਂਕਦੇ ਆ, ਮੈਂ ਕੁੱਤਿਆਂ ਕਰਕੇ ਕੰਮ ਕਰਨਾ ਬੰਦ ਕਰਦਾ, ਉਹਨਾਂ ਦੀ ਤਾਂ ਆਦਤ ਆ ਭੌਂਕਣ ਦੀ। ਜੀ ਮੈਂ ਸੜਕ ਤੇ ਤੁਰੀ ਜਾਂਦੀ, ਉਹਨਾਂ ਦਾ ਭੌਂਕਣਾ ਆ, ਜੀ ਤੇ ਉਹਦੇ ਕਰਕੇ ਮੈਂ ਤੁਰਨਾ ਬੰਦ ਕਰਦਾ ਵੀ ਸੜਕ ਗਲੀ ਦੇ ਵਿੱਚ ਕੁੱਤੇ ਆ ਵੀ ਇਹ ਤਾਂ ਭੌਂਕਣਗੇ, ਮੈਂ ਜਾਵਾਂ ਨਾ। ਜੀ ਮੈਂ ਕਿਉਂ ਰੁਕਾਂ? ਬਿਲਕੁਲ ਠੀਕ ਆ, ਜੇ ਬਾਹਰ ਲੋਕ ਗਲਤ ਨੇ ਉਹਨਾਂ ਕਰਕੇ, ਮੈਂ ਲੋਕ ਗਲਤ ਬੋਲਦੇ ਨੇ ਉਹਨਾਂ ਕਰਕੇ, ਮੈਂ ਕਿਉਂ ਰੁਕਾਂ? ਜੀ ਆ ਆਈਡੀਓਲੋਜੀ ਲੈ ਕੇ ਚੱਲਦੀ ਰਹੀ ਆ ਤੇ ਮੈਨੂੰ ਪਰਵਾਹ ਬੰਦ ਹੋ ਗਈ। ਹੁਣ ਨਾ ਮੈਨੂੰ ਫਰਕ ਨਹੀਂ ਪੈਂਦਾ, ਪਹਿਲਾਂ ਮੈਨੂੰ ਬਹੁਤ ਫਰਕ ਪੈਂਦਾ ਸੀ ਜਦੋਂ ਕਿਸੇ ਨੇ ਗਲਤ ਬੋਲਣਾ, ਮੇਰੇ ਤੱਕ ਗੱਲ ਪਹੁੰਚਣੀ। ਹੁਣ ਮੈਨੂੰ ਫਰਕ ਨਹੀਂ ਪੈਂਦਾ, ਹੁਣ ਮੈਨੂੰ ਲੱਗਦਾ ਕਿ ਆ ਬੋਲਣ ਦੀ ਆਦਤ ਆ, ਜਿਹਨੇ ਜੋ ਬੋਲਣਾ ਬੋਲੀ ਜਾਓ। ਜੀ ਕੋਈ ਨਹੀਂ, ਫਰਕ ਕਿੱਥੋਂ ਪੈਂਦਾ? ਮੇਰਾ ਆਪਣਾ ਆ ਜੋ, ਉਹ ਮੇਰੇ ਬਾਰੇ ਕੀ ਸੋਚਦਾ, ਮੇਰੇ ਮਾਪੇ ਆ ਉਹ ਮੇਰੇ ਬਾਰੇ ਕੀ ਸੋਚਦੇ ਆ, ਬਸ that's it। ਜੀ ਸੋ ਮੈਨੂੰ ਕਈ ਕਹਿਣਗੇ ਲੈ ਤੇਰੇ ਲਈ ਵਿਆਹ ਲਈ ਵਧੀਆ ਮੁੰਡਾ ਨਹੀਂ, ਫਲਾਣਾ ਨਹੀਂ। ਉਹ ਵਿਆਹ ਲਈ ਰਿਸ਼ਤੇ ਅੱਜ ਵੀ ਆਈ ਜਾਂਦੇ ਆ, ਗੱਲ ਅੱਡ ਹੈ ਕਿ ਮੈਨੂੰ ਨਹੀਂ ਸੂਟ ਬੈਠਦਾ ਕੋਈ, ਹੈ ਨਾ। ਦੂਜੀ ਗੱਲ ਆ, ਜਿਹੜਾ ਮੇਰਾ ਆਪਣਾ ਹੋਊਗਾ, ਜਿਹਨੇ ਮੇਰੇ ਨਾਲ ਵਿਆਹ ਕਰਾਉਣਾ ਨਾ, ਉਹਨੇ ਮੈਨੂੰ ਹਰ ਕਮੀ ਦੇ ਨਾਲ ਵੀ ਐਕਸੈਪਟ ਕਰ ਲੈਣਾ। ਜੀ ਠੀਕ ਆ, ਜਿਹੜਾ ਮੈਨੂੰ ਪਿਆਰ ਕਰਦਾ ਹੋਊਗਾ ਤੇ ਜਿਹਦੇ ਨਾਲ ਮੈਨੂੰ ਪਿਆਰ ਹੋਊਗਾ, ਉਹਨੇ ਮੇਰੀ ਹਰ ਕਮੀ, ਹਰ ਉਸ ਗੱਲ ਨਾਲ ਜੋ ਸਮਾਜ ਬੋਲਦਾ ਉਹਦੇ ਨਾਲ ਵੀ ਐਕਸੈਪਟ ਕਰ ਲੈਣਾ। ਜੀ ਜਾਨੀ ਕਿ ਇੱਕ ਕੁੜੀ ਨੂੰ ਇਸ ਸਮਾਜ ਦੇ ਵਿੱਚ ਕੰਮ ਕਰਨ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਆ। ਉਹਦੇ ਸਾਹਮਣੇ ਹੀ ਆ, ਜੀ ਸੁਣੀਆਂ ਹੀ ਆ ਤੁਸੀਂ। ਜੀ ਵਾਕਈ ਸਹੀ ਗੱਲ ਆ। ਤੁਸੀਂ ਕੋਈ ਅਜਿਹੇ ਅਨੁਭਵ ਸਾਂਝੇ ਕਰੋ ਜੋ ਕੁੜੀਆਂ ਤੁਹਾਡੇ ਨਾਲ ਆ ਕੇ ਕਰਦੀਆਂ ਨੇ ਬਤੌਰ ਔਰਤ, ਜਿਹੜੇ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਚੀਜ਼ਾਂ ਦਾ। ਜ਼ਿਆਦਾਤਰ ਜਿਹੜੀਆਂ ਕੁੜੀਆਂ ਇੰਡੀਪੈਂਡੈਂਟ ਹੁੰਦੀਆਂ ਨੇ, ਉਹ ਪਤਾ ਉਹਨਾਂ ਦੀ ਕੀ ਸ਼ਿਕਾਇਤ ਹੁੰਦੀ ਆ ਕਿ ਉਹ ਜਿੰਨੀ ਕਮਾਈ ਕਰਕੇ ਆਉਂਦੀਆਂ ਨੇ ਉਹ ਸਹੁਰੇ ਲੈ ਲੈਂਦੇ ਨੇ। ਜਿਹੜੀਆਂ ਵਿਆਹੀਆਂ ਹੋਈਆਂ ਨੇ ਉਹ ਘਰ ਦਾ ਕੰਮ ਵੀ ਕਰਕੇ ਜਾਂਦੀਆਂ ਨੇ, ਸਵੇਰੇ 6 ਵਜੇ ਉੱਠ ਕੇ ਕੰਮ ਤੇ ਜਾਣਗੀਆਂ। ਠੀਕ ਆ, ਫਿਰ ਜਵਾਕ ਵੀ ਉਹਨਾਂ ਨੇ ਆ ਕੇ ਸਾਂਭਣਾ ਜਾਂ ਜਵਾਕ ਨਾਲ ਲੈ ਕੇ ਜਾਣਗੀਆਂ। ਠੀਕ ਆ, ਘਰ ਦੀ ਸਫਾਈ ਸਫੂਈ ਸਾਰਾ ਕੁਛ ਆ। ਠੀਕ, ਫਿਰ ਪੈਸੇ ਵੀ ਕਮਾਉਣੇ ਆ। ਰਾਤ ਨੂੰ ਥੱਕ ਟੁੱਟ ਕੇ ਜੇ ਸੌਂ ਵੀ ਗਈਆਂ ਜਾਂ ਕਿਸੇ ਨਾਲ ਗੱਲ ਨਹੀਂ, ਆਬਵੀਅਸ ਬੰਦਾ ਕਾਲ ਕਰਦੀ ਹਾਲਤ 'ਚ ਨਹੀਂ ਹੁੰਦਾ, ਫਿਰ ਉਹਨਾਂ ਨੂੰ ਇਹ ਵੀ ਸੁਣਨਾ ਪੈਂਦਾ, ਅੱਛਾ ਇਹ ਤਾਂ ਗੱਲ ਹੀ ਨਹੀਂ ਕਰਦੀ ਕਿਸੇ ਨਾਲ, ਜੀ ਕਿਸੇ ਨੂੰ ਬੁਲਾਉਂਦੀ ਨੀ ਗੀ। ਜੀ ਠੀਕ ਆ, ਇਹ ਆਪਦਾ ਆਉਂਦੀ ਆ ਕੇ ਬੈਠ ਜਾਂਦੀ ਆ। ਜੇ ਉਹਨੇ ਆਵਾਜ਼ ਦੇਵੇ ਕੰਮ ਲਈ ਨੌਕਰ ਰੱਖ ਲਈ, ਲੈ ਇਹਨੇ ਤਾਂ ਨੌਕਰ ਰੱਖੀ ਹੋਈ ਆ,
ਜੀ ਕਿ ਉਹਨੇ ਸੁੱਖ ਕੇ ਲਿਆ ਹੋਇਆ ਆ ਵੀ ਇਹਨੇ ਇੱਥੇ ਵੀ ਕੰਮ ਕਰਨਾ, ਉੱਥੇ ਵੀ ਕਰਨਾ। ਹਰ ਇਨਸਾਨ ਜਾਨੀ ਔਰਤ ਨੂੰ ਦੋਹਰੇ ਕੰਮ ਕਰਨੇ ਪੈ ਰਹੇ ਅੱਜ ਦੇ ਸਮੇਂ ਕਰਨੇ ਪੈ ਰਹੇ। ਉਹਦੀ ਮੁਸ਼ੱਕਤ ਆ ਜਿਹੜੀ ਦੋਹਰੀ ਹੋ ਗਈ ਆ, ਜੀ ਠੀਕ ਆ। ਫਿਰ ਉਹਦੀ ਕਮਾਈ ਦੇ ਵਿੱਚੋਂ ਉਹਨੇ ਪੈਸਾ ਜਿਹੜਾ ਖਰਚਣਾ ਉਹ ਵੀ ਉਹਨੂੰ ਪੁੱਛਣਾ ਪੈਣਾ ਆ ਵੀ ਉਹਨੇ ਕਿੱਥੇ ਖਰਚਣਾ ਆ। ਜੀ ਮੁੰਡੇ ਦਾ ਦਿਲ ਕਰੂਗਾ ਜਿਹੜੀ ਮਰਜ਼ੀ ਜਾ ਕੇ ਗੱਡੀ ਲਿਆਊਗਾ, ਜੀ ਔਰਤ ਨੂੰ ਸਲਾਹ ਲੈਣੀ ਪਊਗੀ ਜੀ ਉਹ ਲੈ ਸਕਦੀ ਆ ਕਿ ਨਹੀਂ। ਜੀ ਵਾਕਈ ਜਾਨੀ ਕਿ ਸਾਡੇ ਸਮਾਜ ਦੀ ਅੱਜ ਵੀ ਇਤਰਾਜ਼ ਦੀ ਅਸੀਂ 21ਵੀਂ ਸਦੀ 'ਚ ਪਹੁੰਚ ਗਏ। ਮੰਗਲ ਤੇ ਅਸੀਂ ਦੁਨੀਆ ਵਸਾਉਣ ਦੀਆਂ ਗੱਲਾਂ ਕਰ ਰਹੇ ਹਾਂ, ਪਰ ਹਕੀਕਤ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਔਰਤਾਂ ਨੂੰ ਹਾਲੇ ਵੀ ਬਹੁਤ ਸਾਰੀਆਂ ਥਾਵਾਂ ਉੱਤੇ ਬਹੁਤ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਆ। ਅਸੀਂ ਕਿਵੇਂ ਕਰ ਸਕਦੇ ਹਾਂ ਕਿ ਸਾਡਾ ਸਮਾਜ ਜਿਹੜਾ ਇੱਕ ਤੰਦਰੁਸਤ ਸਮਾਜ ਬਣ ਸਕੇ ਜਿਸ ਵਿੱਚ ਔਰਤ ਤੇ ਮਰਦ ਦੋਵੇਂ ਹੀ ਵਧੀਆ ਜ਼ਿੰਦਗੀ ਜੀ ਸਕਣ। ਇਹ ਨਾ ਸਮਾਜ ਨੂੰ ਆਪ ਹੀ ਸੋਚਣਾ ਪੈਣਾ ਆ ਜੀ, ਠੀਕ ਹੈ। ਇਹ ਸੋਚ ਤਾਂ ਆਪ ਹੀ ਬਦਲਣੀ ਪੈਣੀ ਆ ਜੀ, ਠੀਕ ਆ। ਮੈਂ ਕਹਾਂ ਕਿ ਐਜੂਕੇਸ਼ਨ ਨਾਲ ਬਦਲ ਜੂ, ਮੈਂ ਤਾਂ ਪੜ੍ਹੇ ਲਿਖਿਆਂ ਨੂੰ ਵੀ ਗਲਤ ਬਕਵਾਸ ਕਰਦੇ ਦੇਖਿਆ ਆ। ਜੀ, ਮੈਂ ਤਾਂ ਪੜ੍ਹੇ ਲਿਖਿਆਂ ਨੂੰ ਵੀ ਮਤਲਬ ਐਡੀ ਘਟੀਆ ਸ਼ਬਦਾਵਲੀ ਵਰਤਦੇ ਦੇਖਿਆ ਆ ਕਿ ਮੈਂ ਗੱਲ ਹੀ ਕੀ ਕਰਾਂ। ਉਹਦੇ ਨਾਲੋਂ ਤਾਂ ਹਜੇ ਪਿੰਡ ਦੇ ਅਨਪੜ੍ਹ ਸਾਡੇ 100 ਗੁਣਾ ਚੰਗਾ ਬੋਲ ਜਾਂਦੇ ਆ। ਜੀ, ਠੀਕ। ਸੋ ਇਹ ਤਾਂ ਬਦਲਾਅ ਤਾਂ ਹੀ ਆਏਗਾ ਜੇ ਆਪ ਕੁੜੀਆਂ ਅੱਗੇ ਹੋ ਕੇ ਪਰਵਾਹ ਕਰਨੀ ਬੰਦ ਕਰਨਗੀਆਂ। ਜੀ, ਕਿਉਂਕਿ ਜਦੋਂ ਇਹ ਇਫੈਕਟ ਉਦੋਂ ਤੱਕ ਕਰਦੀਆਂ ਨੇ ਜਦੋਂ ਅਸੀਂ ਪਰਵਾਹ ਕਰਦੇ ਹਾਂ। ਜਿੱਦਣ ਅਸੀਂ ਪਰਵਾਹ ਕਰਨੀ ਬੰਦ ਕਰ ਦਿੰਦੇ ਆ, ਉਹ ਕਹਿੰਦੇ ਨੇਗੇ ਕਿ ਜਦੋਂ ਤੁਸੀਂ ਅੱਗੇ ਵਧੋਗੇ ਪਹਿਲਾਂ ਤੁਹਾਨੂੰ ਰੋਕਣਗੇ, ਜੀ, ਥੋੜਾ ਜਿਹਾ ਅੱਗੇ ਵਧੇ ਫਿਰ ਤੁਹਾਡੀ ਲੱਤ ਖਿੱਚਣਗੇ, ਜੀ, ਠੀਕ ਆ। ਹੋਰ ਅੱਗੇ ਵਧੇ ਤੁਹਾਡੀ ਬਦਨਾਮੀ ਸ਼ੁਰੂ ਕਰ ਦੇਣਗੇ, ਜੀ, ਠੀਕ ਆ। ਤੇ ਫਿਰ ਅਖੀਰ ਤੇ ਆ ਕੇ ਤੁਹਾਡੇ ਨਾਲ ਖੜੇ ਹੋ ਜਾਣਗੇ। ਜੀ, ਆਹੀ ਚੀਜ਼ ਹੋਣੀ ਆ, ਬਿਲਕੁਲ ਆਹ ਚੀਜ਼ ਹੁੰਦੀ ਆ। ਸੋ ਇਹ ਕੁੜੀਆਂ ਨੂੰ ਆਪ ਹੀ ਹਮਲਾ ਮਾਰਨਾ ਪੈਣਾ, ਉਹਨਾਂ ਨੂੰ ਪਰਵਾਹ ਛੱਡਣੀ ਪੈਣੀ। ਹੁਣ ਕੁੜੀਆਂ ਰੋਂਦੀਆਂ ਰੋਂਦੀਆਂ ਕਹਿਣਗੀਆਂ ਮੇਰੇ ਤੇ ਆਹ ਇਲਜ਼ਾਮ ਲਾਤੇ, ਮੇਰੇ ਤੇ ਆਹ ਇਲਜ਼ਾਮ ਲਾ। ਮੈਂ ਕਿਹਾ ਜਦੋਂ ਅਸੀਂ ਲੜਾਈ 'ਚ ਪੈਨੇ ਇਲਜ਼ਾਮ ਤਾਂ ਲੱਗਦੇ ਜੇਕਰ ਅਸੀਂ ਪੱਥਰ ਨੂੰ ਚਿੱਕੜ ਦੇ ਵਿੱਚ ਸੁੱਟਾਂਗੇ ਤਾਂ ਜਿਹੜੇ ਉਹਦੇ ਛਿੱਟੇ ਆ ਸਾਰਿਆਂ ਤੇ ਹੀ ਪੈਣੇ ਆ। ਜੇ ਗੰਦਗੀ ਸਾਫ਼ ਕਰਨੀ, ਹੱਥ ਤਾਂ ਗੰਦੇ ਕਰਨੇ ਹੀ ਪੈਣੇ ਆ। ਜੀ, ਜੀ, ਠੀਕ ਆ। ਬਸ ਗੱਲ ਇਹ ਆ ਕਿ ਸਾਡਾ ਸਿਰਫ ਹੱਥ ਗੰਦਾ ਹੋਣਾ ਚਾਹੀਦਾ, ਸਾਡਾ ਜ਼ਮੀਰ, ਸਾਡੀ ਰੂਹ ਉਹ ਗੰਦੀ ਨਹੀਂ ਹੋਣੀ ਚਾਹੀਦੀ। ਬਿਲਕੁਲ ਸਹੀ ਗੱਲ ਠੀਕ ਆ। ਜਿੱਦਣ ਰੂਹ ਗੰਦਲੀ ਹੋ ਗਈ ਉਦਣ ਅਸੀਂ ਗੰਦਲੇ ਹੋ ਜਾਾਂਗੇ। ਜੀ, ਪਰ ਜੇ ਸਾਡੀ ਰੂਹ ਪਾਕ ਆ, ਸਾਡਾ ਕਿਰਦਾਰ ਪਾਕ ਆ, ਫਿਰ ਲੋਕਾਂ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ। ਜੀ ਵਾਕਈ ਸਹੀ ਗੱਲ ਹੈ। ਜੇਕਰ ਸਿਮਰਨਜੀਤ ਜੀ ਗੱਲ ਕਰੀਏ ਤਾਂ ਕਦੇ ਵੀ ਮਰਦ ਨੂੰ ਅਸੀਂ ਜਦੋਂ ਗਾਲਾਂ ਕੱਢਦੇ ਸੁਣਦੇ ਆ ਉਸ ਦੇ ਵਿੱਚ ਔਰਤ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਇਸ ਬਾਰੇ ਤੁਸੀਂ ਕੀ ਕਹੋਗੇ? ਇਹ ਹੁਣ ਤੇ ਗੱਲ ਹੈ ਕਿ ਦੇਖੋ ਗਾਲ ਤਾਂ ਔਰਤ ਨੂੰ ਕੱਢੋ, ਮਰਦ ਨੂੰ ਕੱਢੋ, ਗਾਲ ਤਾਂ ਗਾਲ ਆ। ਜੀ, ਗਾਲ ਕੱਢਣੀ ਹੋਈ ਕਿਉਂ ਆ? ਜੀ, ਪਹਿਲੀ ਗੱਲ ਤਾਂ ਗਾਲ ਕੱਢਣੀ ਹੋਈ ਕਿਉਂ ਆ? ਜੀ, ਠੀਕ ਆ। ਗਾਲ ਚਾਹੇ ਔਰਤ ਕੱਢੇ ਚਾਹੇ ਮਰਦ ਕਰੇ, ਕੱਢਣੀ। ਪਰ ਕੁੜੀਆਂ ਨਾ ਅੱਜ ਕੱਲ੍ਹ ਦੀਆਂ ਬੜੀ ਸ਼ਾਨ ਸਮਝਦੀਆਂ ਨੇ, ਉਹੀ ਗਾਲਾਂ ਕੱਢੀ ਜਾਣਗੀਆਂ। ਜੀ, ਮਤਲਬ ਉਹਨਾਂ ਨੇ ਨਾਮ ਰੱਖਿਆ MC BC ਇਹ ਕਰਨਗੀਆਂ। ਇਹ ਨਾ ਮਤਲਬ ਪਤਾ ਨਹੀਂ ਗਾਲ ਕੱਢਣ ਨੂੰ ਇਹ ਸਾਡੇ ਗਾਣਿਆਂ ਦਾ, ਇਹਨਾਂ ਚੀਜ਼ਾਂ ਦਾ ਸਾਡੇ ਤੇ ਬੜਾ ਮਾੜਾ ਅਸਰ ਆ। ਜੀ, ਇਹਦੇ ਵਿੱਚ ਔਰਤ ਦਾ ਹੀ ਜ਼ਿਕਰ ਕਿਉਂ ਕੀਤਾ ਜਾਂਦਾ ਆ? ਉਹੀ ਕਿ ਮਰਦ ਪ੍ਰਧਾਨ ਸਮਾਜ, ਜੀ, ਉਹ ਸ਼ੁਰੂ ਤੋਂ ਬਣੀਆਂ ਹੋਈਆਂ ਚੀਜ਼ਾਂ ਨੇ। ਜੀ, ਕਿਉਂਕਿ ਔਰਤ ਨੂੰ ਪ੍ਰਾਪਰਟੀ ਸਮਝਿਆ ਜਾਂਦਾ ਸੀਗਾ, ਠੀਕ ਆ। ਔਰਤ ਪ੍ਰਾਪਰਟੀ ਆ। ਜਦੋਂ ਕਿਸੇ ਦੀ ਧੀ ਭੈਣ ਦੀ ਗਾਲ ਕੱਢੀ ਜਾਂਦੀ ਸੀਗੀ ਤਾਂ ਉਹਦੀ ਅਣਖ ਨੂੰ ਸੱਟ ਵੱਜਦੀ ਸੀ। ਉਹ ਜਿਹੜੀ ਅਣਖ ਤੇ ਇੱਜ਼ਤ ਦਾ ਭਾਰ ਆ ਔਰਤ ਨੂੰ ਦਿੱਤਾ ਗਿਆ ਨਾ, ਉਹਦੇ ਕਰਕੇ ਔਰਤ ਨੂੰ ਗਾਲ ਸੁਣਨੀ ਪੈਂਦੀ ਆ। ਜੀ, ਗਾਲ ਮਰਦ ਨੂੰ ਕੱਢੋਗੇ ਪਰ ਔਰਤ ਤੇ ਜਾਊਗੀ। ਔਰਤ ਤੇ ਕੱਢੀ ਹੋਈ ਗਾਲ ਤੇ ਉਹ ਬੰਦਾ ਮਤਲਬ ਗਾਲਾਂ ਸੋਚ ਕੇ ਦੇਖੋ ਤੁਸੀਂ ਕਿਹੜੀਆਂ ਗਾਲਾਂ ਨੇ ਜਿਹਨੇ ਭੈਣ ਦੇ ਨਾਲ ਗਲਤ, ਮਾਂ ਦੇ ਨਾਲ ਗਲਤ, ਇਹੋ ਜਿਹੀਆਂ ਗਾਲਾਂ ਨੇ। ਜੀ, ਉਹ ਇਹੋ ਜਿਹੇ ਤਾਂ ਗਿਰੇ ਹੋਏ ਇਨਸਾਨ ਹੁੰਦੇ ਆ। ਜੀ, ਠੀਕ ਆ। ਤੂੰ ਇਨਡਾਇਰੈਕਟਲੀ ਉਸ ਇਨਸਾਨ ਨੂੰ ਵੀ ਤੂੰ ਤਾਂ ਇੰਨਾ ਗਿਰਿਆ ਹੋਇਆ, ਤੂੰ ਤਾਂ ਆਪਣੀ ਮਾਂ ਨਹੀਂ ਛੱਡੀ, ਸਹੀ ਗੱਲ, ਤੂੰ ਤਾਂ ਆਪਣੀ ਭੈਣ ਨਹੀਂ ਛੱਡੀ। ਜੀ, ਜਾਨੀ ਕਿ ਸਾਡੇ ਚੀਜ਼ਾਂ ਨੇ ਜੀ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਇਤਰਾਜ਼ ਦੀ ਅਸੀਂ ਕਹਿ ਸਕਦੇ ਹਾਂ ਕਿ ਹਰ ਵਰਗ ਦੀ ਜੇਕਰ ਗੱਲ ਕਰੀਏ ਉਹਨਾਂ ਵਿੱਚੋਂ ਜ਼ਿਆਦਾਤਰ ਔਰਤਾਂ ਜਿਹੜੀਆਂ ਨੇ ਇਸ ਤਰਾਜ਼ਦੀ ਨੂੰ ਸਹਿ ਰਹੀਆਂ ਨੇ, ਉਹਨਾਂ ਦੇ ਉੱਤੇ ਬਹੁਤ ਸਾਰੇ ਜ਼ੁਲਮ ਹੋ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਵੀ। ਕਹਿੰਦੇ ਜੇ ਮਰਦ ਨੂੰ ਖਤਮ ਕਰਨਾ ਹੈ ਤਾਂ ਮਰਦ ਦੀ ਜਿਹੜੀ ਔਰਤ ਆ ਨਾ, ਜਿਹੜੀ ਔਰਤ ਉਹਨੂੰ ਪਿਆਰੀ ਆ, ਜੀ, ਉਹਨੂੰ ਖਰਾਬ ਕਰ ਦੋ। ਜੀ, ਮਰਦ ਆਪੇ ਅਣਖ ਟੁੱਟ ਜੂਗੀ। ਜੀ, ਕਿਉਂਕਿ ਅਣਖ ਆ ਨਾ, ਆਕੜ ਆ, ਮਾਣ ਆ ਕਿਸ ਚੀਜ਼ ਦਾ, ਕਿ ਉਹਦਾ ਕਿਰਦਾਰ ਆ। ਜੀ, ਠੀਕ ਆ। ਮਰਦ ਨੇ ਗਲਤੀ ਕਰ ਲਈ, ਉਹਦੀ ਗਲਤੀ ਨਹੀਂ ਗਈ, ਬਿਲਕੁਲ। ਪਰ ਔਰਤ ਦੀ ਗਲਤੀ ਗੁਨਾਹ ਆ। ਜੀ, ਜਦ ਤੱਕ ਇਹ ਮਾਈਂਡ ਸੈਟ ਰਹੂਗਾ ਨਾ ਉਹ ਗਲਤ ਆ। ਫਿਰ ਦੂਜੀ ਗੱਲ ਮੈਂ ਤਾਂ ਉਹੀ ਗੱਲ ਬੋਲੂੰਗੀ, ਗਾਲਾਂ ਕੱਢਣੀਆਂ ਹੀ ਕਿਉਂ? ਜੀ, ਬਾਕੀ ਚਾਹੇ ਗਾਲਾਂ ਕੋਈ ਵੀ ਚੀਜ਼ ਕਿਸੇ ਨੂੰ ਵੀ ਆ, ਔਰਤ ਨੂੰ ਆ, ਮਰਦ ਨੂੰ ਆ, ਗਾਲਾਂ ਕੱਢਣੀਆਂ ਹੀ ਕਿਉਂ ਆ? ਜੀ, ਬਿਲਕੁਲ ਇਹ ਕੱਢਣੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਜੇਕਰ ਅਸੀਂ ਇੱਕ ਵਧੀਆ ਸਮਾਜ ਸਿਰਜਣਾ ਹੈਗਾ ਤਾਂ ਉਹਦੇ ਵਿੱਚ ਸਾਨੂੰ ਚੰਗੇ ਬੋਲ ਬੋਲਣੇ ਚਾਹੀਦੇ ਆ, ਮਾੜੀਆਂ ਚੀਜ਼ਾਂ ਨੂੰ ਸਾਨੂੰ ਛੱਡ ਦੇਣਾ ਚਾਹੀਦਾ ਆ। ਸਮੇਂ ਦੇ ਨਾਲ ਚੀਜ਼ਾਂ ਦੇ ਵਿੱਚ ਪਰਿਵਰਤਨ ਹੋਣਾ ਲਾਜ਼ਮੀ ਹੈ। ਪਰ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਿਮਰਨਜੀਤ ਕੌਰ, ਕਿਵੇਂ ਅਸੀਂ ਆਪਣੇ ਸਮਾਜ ਨੂੰ ਵਧੀਆ ਬਣਾ ਸਕਦੇ ਹੋ? ਤੁਸੀਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਤੇ ਇਸ ਸਮਾਜ ਦੇ ਮਰਦ ਪ੍ਰਧਾਨ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਪਹਿਲਾਂ ਤਾਂ ਮਰਦ ਪ੍ਰਧਾਨ ਸਮਾਜ ਚਾਹੇ ਮਾਪੇ ਆ, ਉਹ ਆ ਕਿ ਆਪਾਂ ਦੇਖੋ ਇਸ ਚੀਜ਼ ਨੂੰ ਮੈਂ ਵੀ ਕਹੂੰਗੀ ਕਿ ਪਹਿਨੋ ਜੱਗ ਪਾਉਂਦਾ ਖਾਓ ਮਨ ਪਾਉਂਦਾ, ਹੈ ਨਾ। ਪਰ
ਕੁੜੀਆਂ ਦੇ ਉੱਤੇ ਇਲਜ਼ਾਮ ਲਾਉਣੇ ਵੀ ਉਹਨਾਂ ਨੇ ਛੋਟੇ ਕੱਪੜੇ ਪਾਏ ਸੀ ਇਸ ਲਈ ਮੁੰਡਿਆਂ ਨੇ ਉਹਨਾਂ ਦਾ ਰੇਪ ਕਰਤਾ ਜਾਂ ਮੁੰਡੇ ਨੇ ਉਹਦੇ ਨਾਲ ਗਲਤ ਕਰਤਾ, ਛੇੜਛਾੜ ਹੋ ਗਈ, ਉਹਨੇ ਕੱਪੜੇ ਛੋਟੇ ਪਾਏ ਸੀਗੇ, ਉਹਦਾ ਅਟਰੈਕਟ ਕਰਨਾ ਹੀ ਆ। ਇਹ ਚੀਜ਼ਾਂ ਗਲਤ ਆ, ਇਹ ਸੋਚ ਗਲਤ ਆ। ਉਹਦੇ ਨਾਲੋਂ ਤੁਸੀਂ ਆਪਣੇ ਮੁੰਡੇ ਨੂੰ ਸਿਖਾਓ ਕਿ ਕੁੜੀ ਭਾਵੇਂ ਤੇਰੇ ਸਾਹਮਣੇ ਨਿਊਡ ਹੋ ਕੇ ਵੀ ਖੜੀ ਹੋਊਗੀ, ਤੂੰ ਤਾਂ ਵੀ ਉਹਨੂੰ ਇੱਜ਼ਤ ਦੇਣੀ ਆ। ਕੁੜੀ ਭਾਵੇਂ ਪ੍ਰੋਸਟੀਟਿਊਟ ਵੀ ਹੋਊਗੀ, ਉਹ ਆਪਦਾ ਸਰੀਰ ਵੇਚ ਕੇ ਆਈ ਹੋਊਗੀ, ਤੂੰ ਉਹਨੂੰ ਵੀ ਸਤਿਕਾਰ ਦੇਣਾ ਆ। ਠੀਕ ਆ, ਜਿੱਦਣ ਅਸੀਂ ਇੱਕ ਦੂਜੇ ਦਾ ਜੈਂਡਰ ਦੇ ਵਿੱਚ ਸਤਿਕਾਰ ਕਰਨਾ ਸਿੱਖ ਲਾਂਗੇ ਨਾ, ਸਾਡਾ ਸਮਾਜ ਆ ਸਹੀ ਰਸਤੇ ਤੁਰ ਪਊਗਾ। ਦੂਜੀ ਗੱਲ ਆ ਕੁੜੀਆਂ ਜੇ ਅੱਗੇ ਵਧਣਾ ਚਾਹੁੰਦੀਆਂ ਨੇ, ਉਹਨਾਂ ਨੂੰ ਪਰਵਾਹ ਬੰਦ ਕਰਨੀ ਪਊਗੀ। ਉਹਨਾਂ ਨੂੰ ਥੋੜਾ ਤਾਂ ਆਪਣਾ ਪੈਰ ਆ ਨਾ ਜਿਹੜਾ ਉਹ ਅੱਗੇ ਪੱਟਣਾ ਪਏਗਾ, ਉਹਨਾਂ ਨੂੰ ਸੋਚਣਾ ਪਏਗਾ, ਉਹਨਾਂ ਨੂੰ ਦੇਖਣਾ ਪਏਗਾ, ਕਿਉਂਕਿ ਇਸ ਚੀਜ਼ 'ਚ ਪਹਿਲਾਂ ਨੁਕਸਾਨ ਹੋਣੇ ਹੀ ਹੋਣੇ ਨੇ। ਠੀਕ ਆ, ਉਹ ਨੁਕਸਾਨ ਵੀ ਝੱਲਣੇ। ਫਿਰ ਉਹੀ ਗੱਲ ਹੁੰਦੀ ਹੈ ਨਾ ਕਿ ਔਖਲੀ 'ਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ, ਤੇ ਉਹ ਗੱਲ ਮੰਨ ਕੇ ਚੱਲਣੀ ਪਊਗੀ ਤੇ ਪਰਵਾਹ ਬੰਦ ਕਰਨੀ ਪਊਗੀ। ਜਿੱਦਣ ਪਰਵਾਹ ਬੰਦ ਕਰਤੀ, ਮੰਜ਼ਿਲ ਫਤਿਹ ਆ। ਜੀ, ਜਾਨੀ ਕਿ ਔਰਤ ਨੂੰ ਮਜ਼ਬੂਤ ਹੋਣਾ ਪਏਗਾ ਇਸ ਸਮਾਜ ਦੇ ਵਿੱਚ ਵਿਚਰਨ ਲਈ, ਆਪਣੇ ਹੱਕ ਲੈਣ ਲਈ ਉਹਨੂੰ ਹਮੇਸ਼ਾ ਖੜਨਾ ਹੀ ਪਊਗਾ ਤੇ ਉਹਨੂੰ ਜਿਹੜਾ ਹੈ ਕਿਤੇ ਨਾ ਕਿਤੇ ਸੋਚਣਾ ਪਊਗਾ ਮੇਰੀ ਜ਼ਿੰਦਗੀ ਹੈ, ਮੈਨੂੰ ਆਪਣੇ ਢੰਗ ਦੇ ਨਾਲ ਜਿਉਣਾ ਹੈ। ਬਿਲਕੁਲ ਜੀ, ਪਰ ਉਹ ਢੰਗ ਸਹੀ ਹੋਣਾ ਚਾਹੀਦਾ। ਜੀ, ਵਾਕਈ ਸਹੀ ਗੱਲ ਹੈ ਕਿ ਸਕਾਰਾਤਮਕ ਤੌਰ ਤੇ ਉਹਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ, ਸਹੀ ਪਾਸੇ ਜਿਹੜਾ ਜਾਣਾ ਚਾਹੀਦਾ। ਅਸੀਂ ਵੈਸਟਰਨ ਕਲਚਰ ਦੀਆਂ ਨੈਗੇਟਿਵ ਚੀਜ਼ਾਂ ਨਹੀਂ ਅਡਾਪਟ ਕਰਨੀਆਂ। ਜੀ, ਠੀਕ ਆ, ਅਸੀਂ ਕਿਸੇ ਦੀਆਂ ਵੀ, ਅਸੀਂ ਹਰੇਕ ਦੀ ਚੰਗੀ ਚੀਜ਼ ਲੈਣੀ ਆ ਤੇ ਚੰਗੀ ਚੀਜ਼ ਨੂੰ ਜ਼ਿੰਦਗੀ 'ਚ ਅਪਲਾਈ ਕਰਨਾ। ਜੀ, ਤੇ ਸਾਡੀਆਂ ਨੈਤਿਕਤਾ ਡਿਸਾਈਡ ਕਰੂਗੀ ਕਿ ਚੰਗਾ ਕੀ ਆ ਤੇ ਮਾੜਾ ਕੀ ਆ। ਜੀ, ਵਾਕਈ ਸਹੀ ਗੱਲ ਹੈ ਤੁਸੀਂ ਕਹੀ ਹੈ ਸਿਮਰਨਜੀਤ ਕੌਰ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਸਾਡੇ ਸਮਾਜ ਵੱਲੋਂ ਔਰਤਾਂ ਨੂੰ ਕਿਹੜੇ ਅਧਿਕਾਰ ਦਿੱਤੇ ਗਏ ਆ ਤੇ ਕਿਹੜੇ ਅਧਿਕਾਰਾਂ ਤੋਂ ਉਹਨਾਂ ਨੂੰ ਵਾਂਝਿਆ ਰੱਖਿਆ ਗਿਆ ਹੈ। ਵਾਕਈ ਦਰਸ਼ਕੋ, ਅੱਜ ਦੇ ਸਮੇਂ ਦੀ ਲੋੜ ਹੈ ਕਿ ਬੇਸ਼ੱਕ ਉਹ ਮਰਦ ਹੈ ਜਾਂ ਔਰਤ, ਦੋਵਾਂ ਨੂੰ ਹੀ ਸਾਨੂੰ ਅਧਿਕਾਰ ਦੇਣੇ ਚਾਹੀਦੇ ਆ ਤੇ ਸਮਾਜ ਨੂੰ ਇੱਕ ਵਧੀਆ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰਨੇ ਚਾਹੀਦੇ ਆ ਤਾਂ ਜੋ ਸਾਰੇ ਵਰਗ ਵਧੀਆ ਜ਼ਿੰਦਗੀ ਨੂੰ ਜਿਉ ਸਕਣ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ।